ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਸ਼ੁਰੂ ਕਰਦੇ ਹਾਂ ਆਪਾਂ ਪੀਪੀਐਸਸੀ ਦਾ ਜਿਹੜਾ ਆਪਾਂ ਕੁਐਸਚਨ ਸੀਰੀਜ਼ ਹੈ ਜਾਂ ਪੰਜਾਬ ਦੇ ਸਾਰੇ ਪੇਪਰਾਂ ਲਈ ਜੋ ਕੁਐਸਚਨ ਸੀਰੀਜ਼ ਹੈ ਉਹ ਸ਼ੁਰੂ ਕੀਤਾ ਸੀ। ਉਹਦੀ ਸੈਕਿੰਡ ਵੀਡੀਓ ਮੈਂ ਲੈ ਕੇ ਆਈ ਹਾਂ। ਫਸਟ ਪਾਰਟ ਆਪਾਂ ਕਰ ਚੁੱਕੇ ਹਾਂ। ਸੋ ਸਮਾਂ ਨਾ ਖਰਾਬ ਕਰਦੇ ਹੋਏ ਡਾਇਰੈਕਟ ਸ਼ੁਰੂ ਕਰਦੇ ਹਾਂ। ਪੋਲੀਟੀਕਲ ਸਾਇੰਸ ਦੇ ਕੁਐਸਚਨਸ ਰਹਿਣਗੇ। ਜੇ ਆਪਾਂ ਗੱਲ ਕਰੀਏ, ਕੁਐਸਚਨ ਹੈਗਾ ਵਿਚ ਵਨ ਆਫ ਦਾ ਫੋਲੋਇੰਗ ਕਮੇਟੀਜ਼ ਔਰ ਕਮਿਸ਼ਨਸ ਰਿਕਮੈਂਡਡ ਦਾ ਇਨਕਲੂਜਨ ਆਫ ਫੰਡਾਮੈਂਟਲ ਡਿਊਟੀਜ਼ ਇਨ ਦਾ ਕਨਸਟੀਟਿਊਸ਼ਨ। ਹੁਣ ਦੇਖੋ, ਕੁਐਸਚਨ ਪੁੱਛਿਆ ਗਿਆ ਹੈ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਕਮੇਟੀ ਜਾਂ ਕਿਹੜਾ ਕਮਿਸ਼ਨ ਹੈ ਜਿਨੇ ਫੰਡਾਮੈਂਟਲ ਡਿਊਟੀਜ਼ ਨੇ ਜਿਹੜੇ ਉਹ ਇਨਕਲੂਡ ਕੀਤੇ ਨੇ ਭਾਰਤੀ ਸੰਵਿਧਾਨ ਦੇ ਵਿੱਚ ਜਾਂ ਰეკਮੈਂਡ ਕੀਤੇ ਨੇ। ਪਹਿਲੀ ਗੱਲ ਤਾਂ ਜਿਹੜਾ ਸਾਡਾ ਓਰੀਜਨਲ ਕਨਸਟੀਟਿਊਸ਼ਨ ਬਣਿਆ, ਜਿਹੜਾ ਸਾਡਾ ਮੂਲ ਸੰਵਿਧਾਨ ਹੈਗਾ ਜਿਹੜਾ ਕਿ ਅਸੀਂ 26 ਜਨਵਰੀ 1950 ਵਾਲੇ ਸੰਵਿਧਾਨ ਨੂੰ ਕਹਿੰਦੇ ਆ ਜਾਂ 1950 ਵਾਲੇ ਕਨਸਟੀਟਿਊਸ਼ਨ ਨੂੰ ਕਹਿੰਦੇ ਆ, ਉਹਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦੀ ਕੋਈ ਐਕਸਪਲੇਨੇਸ਼ਨ ਨਹੀਂ ਸੀਗੀ। ਫੰਡਾਮੈਂਟਲ ਡਿਊਟੀਜ਼ ਨੂੰ ਅਸੀਂ ਬਾਅਦ ਚੋਂ ਐਡ ਕੀਤਾ ਹੈਗਾ ਔਰ ਇਹੀ ਪੁੱਛਿਆ ਗਿਆ ਕਿ ਬਾਅਦ ਚੋਂ ਐਡ ਕੀਤਾ ਕਿਹੜੇ ਕਮਿਸ਼ਨ ਦਾ, ਜਿਹੜੀ ਕਮੇਟੀ ਦੀ ਰਿਕਮੈਂਡੇਸ਼ਨ ਤੇ ਕੀਤਾ। ਪਹਿਲੀ ਗੱਲ ਤਾਂ ਆਪਾਂ ਇਹਦਾ ਆਨਸਰ ਦੇਖਦੇ ਹਾਂ, ਸਵਰਨ ਸਿੰਘ ਕਮੇਟੀ। ਬਹੁਤ ਜ਼ਿਆਦਾ ਰਿਪੀਟ ਹੋਣ ਵਾਲਾ ਕੁਐਸਚਨ ਹੈ। ਸਵਰਨ ਸਿੰਘ ਕਮੇਟੀ ਦੀ ਰეკਮੈਂਡੇਸ਼ਨ ਤੇ ਫੰਡਾਮੈਂਟਲ ਡਿਊਟੀਜ਼ ਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਡ ਅਪ ਕੀਤਾ ਗਿਆ। ਤਾਂ ਡੈਫੀਨੇਟਲੀ ਜਦੋਂ ਅਸੀਂ ਕੋਈ ਚੀਜ਼ ਐਡ ਅਪ ਕਰਦੇ ਹਾਂ ਤਾਂ ਸਾਡੇ ਕੋਈ ਨਾ ਕੋਈ ਅਮੈਂਡਮੈਂਟ ਹੋਇਆ ਹੁੰਦਾ ਹੈ। ਤਾਂ ਜਿਹੜਾ ਸਾਡਾ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਅਮੈਂਡਮੈਂਟ ਕਿਹੜਾ ਹੋਇਆ ਹੈਗਾ, 42nd ਕਨਸਟੀਟਿਊਸ਼ਨਲ ਅਮੈਂਡਮੈਂਟ 1976 ਦੇ ਥਰੂ ਆਪਾਂ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ। ਜਦੋਂ ਆਪਾਂ ਓਰੀਜਨਲੀ ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਸੀ, ਟੋਟਲ ਕਿੰਨੀਆਂ ਸੀ? 10 ਸੀ। ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਐਡ ਕੀਤੀ ਹੈ ਤੇ ਪ੍ਰੈਜ਼ੈਂਟ ਟੋਟਲ ਨੰਬਰ ਆਫ ਫੰਡਾਮੈਂਟਲ ਡਿਊਟੀਜ਼ ਕਿੰਨੀਆਂ ਨੇ? 11 ਨੇ। ਜੇ ਆਪਾਂ ਗੱਲ ਕਰੀਏ 10 ਤਾਂ ਆਪਣੀਆਂ ਸਿੱਧੀਆਂ 42nd ਅਮੈਂਡਮੈਂਟ ਦੇ ਥਰੂ ਐਡ ਹੋ ਗਈ ਆ। ਜਿਹੜੀ ਆਪਣੀ 11th ਡਿਊਟੀ ਹੈ ਇਹ ਬਹੁਤ ਹੀ ਇੰਪੋਰਟੈਂਟ ਹੈ। 86th ਕਨਸਟੀਟਿਊਸ਼ਨਲ ਅਮੈਂਡਮੈਂਟ 2002 ਦੇ ਤਹਿਤ ਹੈ ਭਾਰਤੀ ਸੰਵਿਧਾਨ ਵਿੱਚ ਜੋੜੀ ਗਈ ਹੈ। ਜਿਹੜੀ ਸਾਡੀ 11ਵੀਂ ਡਿਊਟੀ 11th ਡਿਊਟੀ ਉਹ ਕਿਹਦੇ ਬਾਰੇ ਹੈ? 6 ਤੋਂ 14 ਸਾਲ ਦੇ ਬੱਚਿਆਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੇਣ ਵਾਲੇ ਸੇਮ 21A ਆਰਟੀਕਲ ਫੰਡਾਮੈਂਟਲ ਰਾਈਟ ਜੋੜਿਆ ਗਿਆ ਤੇ ਸਾਡੀ 11th ਡਿਊਟੀ ਐਡ ਅਪ ਕੀਤੀ ਗਈ ਹੈ। ਇਹ ਸਾਰੀਆਂ ਡਿਊਟੀਜ਼ ਦਾ ਕਨਸੈਪਟ ਸਾਨੂੰ ਕਿਹੜੀ ਕਮੇਟੀ ਦੇ ਰਿਕਮੈਂਡੇਸ਼ਨ ਤੇ ਹੋਇਆ? ਸਵਰਨ ਸਿੰਘ ਕਮੇਟੀ ਦੇ। ਬਾਕੀ ਆਪਾਂ ਬਾਕੀ ਕਮੇਟੀਜ਼ ਵੀ ਦੇਖ ਲੈਂਦੇ ਹਾਂ। ਜੇ ਆਪਾਂ ਗੱਲ ਕਰੀਏ, ਸੈਕਿੰਡ ਪੁਆਇੰਟ ਆਪਸ਼ਨ ਕਿਹੜਾ ਹੈਗਾ? ਅਸ਼ੋਕ ਮਹਿਤਾ ਕਮਿਸ਼ਨ ਜਾਂ ਅਸ਼ੋਕ ਮਹਿਤਾ ਕਮੇਟੀ। ਅਸ਼ੋਕ ਮਹਿਤਾ ਕਮੇਟੀ ਦਾ ਸਬੰਧ ਹੈਗਾ ਪੰਚਾਇਤੀ ਰਾਜ ਸਿਸਟਮ ਦੇ ਨਾਲ। ਕਿਵੇਂ? ਪੰਚਾਇਤੀ ਰਾਜ ਸਿਸਟਮ ਦਾ ਇਹਨੇ ਕਿੰਨੇ ਟਾਇਰ ਸਟਰਕਚਰ ਦੀ ਰਿਕਮੈਂਡੇਸ਼ਨ ਕੀਤੀ ਸੀ? 2 ਟਾਇਰ ਸਟਰਕਚਰ ਦੀ। ਹੁਣ ਜੇ ਆਪਾਂ ਪੰਚਾਇਤੀ ਰਾਜ ਸਿਸਟਮ ਨੂੰ ਦੇਖੀਏ ਤਾਂ ਸਾਡੇ ਦੇਸ਼ ਦੇ ਵਿੱਚ 3 ਟਾਇਰ ਸਟਰਕਚਰ ਪੰਚਾਇਤੀ ਰਾਜ ਸਿਸਟਮ ਦਾ ਕੰਮ ਕਰਦਾ ਹੈਗਾ। ਜੇ ਆਪਾਂ ਰੂਰਲ ਲੈਵਲ ਤੇ ਦੇਖੀਏ 3 ਟਾਇਰ ਸਟਰਕਚਰ ਹੈ, ਵਿਲੇਜ ਪੰਚਾਇਤ ਨੇ, ਬਲਾਕ ਸਮਤੀ ਹੈ, ਜ਼ਿਲ੍ਹਾ ਪ੍ਰੀਸ਼ਦ ਹੈ। ਸੇਮ ਅਰਬਨ ਲੈਵਲ ਤੇ ਵੀ 3 ਟਾਇਰ ਸਟਰਕਚਰ ਨੇ, ਨਗਰ ਨਿਗਮ ਹੈ, ਨਗਰ ਪਾਲਿਕਾ ਤੇ ਨਗਰ ਪੰਚਾਇਤ ਹੈ। ਸੋ ਬੇਸਿਕਲੀ ਜਿਹੜਾ ਸਾਡਾ ਇਹ ਸਾਰੀ ਸਿਫਾਰਿਸ਼ 3 ਟਾਇਰ ਸਟਰਕਚਰ ਵਾਲੀ ਹੈ ਉਹ ਕਿਹੜੀ ਕਮੇਟੀ ਦੀ ਸਿਫਾਰਿਸ਼ ਤੇ ਹੋਈ ਸੀਗੀ? ਬਲਵੰਤ ਰਾਏ ਮਹਿਤਾ ਕਮੇਟੀ ਦੀ ਸਿਫਾਰਿਸ਼ ਤੇ। ਪਰ ਉਹਦੇ ਵਿੱਚ ਇੱਕ ਵਾਰੀ ਅਸ਼ੋਕ ਮਹਿਤਾ ਕਮੇਟੀ ਨੇ ਵੀ ਸਿਫਾਰਿਸ਼ ਕੀਤੀ ਸੀ ਕਿੰਨੇ ਟਾਇਰ ਸਟਰਕਚਰ ਦੀ? 2 ਟਾਇਰ ਸਟਰਕਚਰ ਦੀ। ਉਹਨੇ ਕੀ ਕਿਹਾ ਕਿ ਆਪਣੇ ਕੀ ਹੋਊਗਾ ਕਿ ਜ਼ਿਲ੍ਹਾ ਪੱਧਰ ਤੇ ਤਾਂ ਜ਼ਿਲ੍ਹਾ ਪ੍ਰੀਸ਼ਦ ਹੋਊਗਾ, ਜ਼ਿਲ੍ਹਾ ਪੱਧਰ ਤੇ ਤਾਂ ਜ਼ਿਲ੍ਹਾ ਪ੍ਰੀਸ਼ਦ ਹੋਊਗਾ। ਉਹ ਕਹਿੰਦਾ ਵੀ ਪਿੰਡ ਤੇ ਬਲਾਕ ਨੂੰ ਇਕੱਠਾ ਕਰ ਲਓ। ਜਿਹੜਾ ਵਿਲੇਜ ਆ ਜਾਂ ਜਿਹੜਾ ਬਲਾਕ ਹੈ ਉਹਨੂੰ ਇਕੱਠਾ ਕਰਕੇ ਇੱਕ ਕੀ ਬਣਾਓ? ਮੰਡਲ ਬਣਾਓ ਤੇ ਉਹਦੀਆਂ ਮੰਡਲ ਪੰਚਾਇਤਾਂ ਬਣਾਓ। ਸੋ 2 ਟਾਇਰ ਸਟਰਕਚਰ, ਜ਼ਿਲ੍ਹਾ ਲੈਵਲ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਮੰਡਲ ਪੱਧਰ ਤੇ ਮੰਡਲ ਪੰਚਾਇਤਾਂ। ਨਾ ਵਿਲੇਜ ਲੈਵਲ ਤੇ ਬਣਾਓ ਨਾ ਬਲਾਕ ਲੈਵਲ ਤੇ ਬਣਾਓ। ਇਹ ਪਤਾ ਲੱਗਿਆ। ਤੀਸਰਾ ਬਲਰਾਮ ਜਾਖੜ ਨਾਮ ਸੁਣਿਆ ਸੁਨੀਲ ਜਾਖੜ ਸਾਡੇ ਦੇ ਪੰਜਾਬ ਦੇ ਵਿੱਚ ਕਾਂਗਰਸ ਦੇ ਬਹੁਤ ਹੀ ਅੱਛੇ MLA ਨੇ, ਠੀਕ ਹੈ। ਸੋ ਉਹਨਾਂ ਦੇ ਪਿਤਾ ਦਾ ਨਾਮ ਹੈ ਸੁਨੀਲ ਜਾਖੜ। ਇਹਦਾ ਪੋਜੀਸ਼ਨ ਕੀ ਹੈ ਅਸਲ ਦੇ ਵਿੱਚ? ਇਹ ਪਹਿਲੀ ਗੱਲ ਤਾਂ ਲੋਕ ਸਭਾ ਦੇ ਵਿੱਚ ਸਪੀਕਰ ਰਹੇ ਨੇ। ਇਸ ਤੋਂ ਬਿਨਾਂ ਇਹ MP ਦੇ ਵਿੱਚ ਗਵਰਨਰ ਰਹੇ ਨੇ। ਇਹ ਇੰਪੋਰਟੈਂਟ ਹੈ, ਧਿਆਨ ਰੱਖਣਾ। ਸਰਕਾਰੀਆ ਕਮਿਸ਼ਨ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜਿਹੜਾ ਸਰਕਾਰੀਆ ਕਮਿਸ਼ਨ ਹੈ ਸਟੇਟ ਤੇ ਸੈਂਟਰ ਦੇ ਰਿਲੇਸ਼ਨਸ਼ਿਪ ਬਾਰੇ ਹੈ। ਸੋ ਆਪਾਂ ਨੂੰ ਚਾਰੇ ਪੁਆਇੰਟ ਪਤਾ ਲੱਗੇ। ਪੁੱਛਿਆ ਆਪਾਂ ਨੂੰ ਫੰਡਾਮੈਂਟਲ ਡਿਊਟੀਜ਼ ਦਾ ਸੀ। ਫੰਡਾਮੈਂਟਲ ਡਿਊਟੀਜ਼ ਦਾ ਆਪਸ਼ਨ ਕਿਹੜਾ ਹੋਊਗਾ? A ਆਪਸ਼ਨ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਵਿਚ ਆਰ ਦਾ ਫੋਲੋਇੰਗ ਵਰ ਮੈਂਬਰਸ ਆਫ ਦਾ ਸਵਰਨ ਸਿੰਘ ਕਮੇਟੀ। ਪਹਿਲੀ ਗੱਲ ਤਾਂ ਸਵਰਨ ਸਿੰਘ ਕਮੇਟੀ ਦੇ ਟੋਟਲ ਕਿੰਨੇ ਮੈਂਬਰ ਰਹੇ ਨੇ? 12 ਮੈਂਬਰ ਰਹੇ ਨੇ, ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ AR ਇਹ ਵਾਲਾ ਆਪਸ਼ਨ ਹੈ ਮੈਂਬਰ ਹੈ, SS ਰੇ ਆਪਸ਼ਨ ਹੈ, CM ਸਟੀਫਨ ਆਪਸ਼ਨ ਹੈ। ਜਿਹੜਾ ਬੰਦਾ ਜਿਹੜੀ ਸਾਡੀ ਸਵਰਨ ਸਿੰਘ ਕਮੇਟੀ ਦਾ ਮੈਂਬਰ ਨਹੀਂ ਰਿਹਾ ਹੈਗਾ ਉਹ ਕਿਹੜਾ ਹੈਗਾ? ਹਰੀਦੇਵ ਜੋਸ਼ੀ। ਹਰੀਦੇਵ ਜੋਸ਼ੀ ਕੀ ਹੈਗਾ? ਫਾਰਮਰ CM ਆਫ ਰਾਜਸਥਾਨ ਹੈ। 3-4 ਵਾਰੀ ਇਹ ਬੰਦਾ ਰਾਜਸਥਾਨ ਦਾ ਮੁੱਖ ਮੰਤਰੀ ਰਿਹਾ। ਸੋ ਇਹ ਬੰਦਾ ਹੈ ਨਹੀਂਗਾ। ਪਹਿਲਾ ਆਪਸ਼ਨ, B ਆਪਸ਼ਨ ਤੇ D ਆਪਸ਼ਨ। ਸੋ A, B ਤੇ D ਮਤਲਬ ਸਾਡੀ ਆਪਸ਼ਨ C ਹੈ ਜਿਹੜੀ ਉਹ ਕਰੈਕਟ ਆਪਸ਼ਨ ਹੈਗੀ ਹੈ। ਅਗਲਾ ਪੁਆਇੰਟ ਹੈ, ਅਗਲਾ ਕੁਐਸਚਨ ਹੈ, ਕਹਿੰਦੇ ਵਿਚ ਆਰਟੀਕਲ ਆਫ
ਇੰਡੀਅਨ ਕਨਸਟੀਟਿਊਸ਼ਨ ਐਨਮਰੇਟਸ ਫੰਡਾਮੈਂਟਲ ਡਿਊਟੀਜ਼ ਆਫ ਇੰਡੀਅਨ ਸਿਟੀਜ਼ਨਸ। ਦੇਖੋ ਕਿਹੜਾ ਆਰਟੀਕਲ ਹੈ ਜਿਹੜਾ ਉਹ ਐਡਅਪ ਕਰਦਾ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਕਰਤੱਵਾਂ ਨੂੰ, ਫੰਡਾਮੈਂਟਲ ਡਿਊਟੀਜ਼ ਨੂੰ। ਦੇਖੋ ਜੀ ਇਹਦਾ ਆਨਸਰ ਹੈਗਾ ਆਰਟੀਕਲ 51A। ਜੇ ਆਪਾਂ ਗੱਲ ਕਰੀਏ ਭਾਰਤੀ ਸੰਵਿਧਾਨ ਦੇ ਪਾਰਟ 4th A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨੇ ਤੇ ਆਰਟੀਕਲ 51A ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨੇ। ਫੰਡਾਮੈਂਟਲ ਡਿਊਟੀਜ਼ ਕਿਹੜੇ ਦੇਸ਼ ਤੋਂ ਆਪਾਂ ਨੇ ਕਾਪੀ ਕੀਤੀਆਂ ਨੇ? ਰਸ਼ੀਆ ਤੋਂ ਕਾਪੀ ਕੀਤੀਆਂ ਨੇ। ਬਾਕੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਆ। ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਨੇ। ਓਰੀਜਨਲੀ 10 ਸੀ, 42nd ਅਮੈਂਡਮੈਂਟ ਸੀ ਔਰ ਜਿਹੜਾ ਸਾਡਾ ਪ੍ਰੈਜ਼ੈਂਟ ਹੈ 11 ਹੈਗੀਆਂ ਨੇ। ਅਗਲਾ ਪੁਆਇੰਟ ਹੈ, ਵੱਡਾ ਹੀ ਆ ਗਿਆ ਹੈ ਨਾ, ਵਿਚ ਆਫ ਦਾ ਫੋਲੋਇੰਗ is are among the fundamental duties of citizens laid down in the Indian Constitution। ਪਹਿਲੀ ਗੱਲ ਤਾਂ ਸਾਨੂੰ 11 ਡਿਊਟੀਜ਼ ਦੇ ਜਸਟ ਆਪਾਂ ਗੋ ਥਰੂ ਹੋਣਾ ਹੈਗਾ। ਫਿਰ ਆਪਾਂ ਨੂੰ ਕੋਈ ਵੀ ਇਹੋ ਜਿਹਾ ਕੁਐਸਚਨ ਪੁੱਛ ਲੈਂਦੇ ਨੇ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਜਿਹੜੀ ਫੰਡਾਮੈਂਟਲ ਡਿਊਟੀ ਹੈਗੀ ਹੈ ਜਾਂ ਕਿਹੜੀ ਨਹੀਂ ਹੈਗੀ। ਸੋ ਪਹਿਲੀ ਆਪਾਂ ਪੜ੍ਹਦੇ ਹਾਂ ਟੂ ਪ੍ਰੀਜ਼ਰਵ ਦਾ ਰਿਚ ਹੈਰੀਟੇਜ ਆਫ ਆਰ ਕੰਪੋਜ਼ਿਟ ਕਲਚਰ। ਇਹ ਹੈਗੀ ਹੈ ਸਾਡੀ ਕਿ ਜਿਹੜੀ ਸਾਡੀ ਇੱਕ ਅਮੀਰ ਵਿਰਾਸਤ ਹੈ ਸਾਡੇ ਕੰਪੋਜ਼ਿਟ ਕਲਚਰ ਦੀ, ਉਹਨੂੰ ਆਪਾਂ ਪ੍ਰੀਜ਼ਰਵ ਕਰਕੇ ਰੱਖਣਾ, ਸੁਰੱਖਿਅਤ ਰੱਖਣਾ। ਇਹ ਹੈਗੀ ਆ ਟੂ ਪ੍ਰੋਟੈਕਟ ਦਾ ਵੀਕਰ sections from the social injustice। ਇਹ ਸਾਡੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ। ਟੂ ਡਿਵੈਲਪ ਦਾ ਸਾਇੰਟਿਫਿਕ ਟੈਂਪਰ ਐਂਡ ਸਪਿਰਿਟ ਆਫ ਇਨਕੁਆਇਰੀ। ਬਿਲਕੁਲ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ। ਵਹਿਮਾਂ ਭਰਮਾਂ ਤੋਂ ਦੂਰ ਰਹੋ, ਅਸੀਂ ਮਾਡਰਨਾਈਜੇਸ਼ਨ ਦੇ ਵਿੱਚ ਆ ਚੁੱਕੇ ਹਾਂ। ਟੂ ਸਟਰਾਈਵ ਟੂਵਰਡਸ ਐਕਸੀਲੈਂਸ ਇਨ ਆਲ ਦਾ ਸਫੇਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ। ਮਤਲਬ ਵਿਅਕਤੀਗਤ ਗਤੀਵਿਧੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ, ਜਾਂ ਕਲੈਕਟਿਵ ਐਕਟੀਵਿਟੀ ਜਾਂ ਵਿਅਕਤੀਗਤ। ਠੀਕ ਹੈ, ਸੋ ਕਿਹੜੀਆਂ ਕਿਹੜੀਆਂ ਹੋਗੀਆਂ? ਪਹਿਲੀ ਹੈਗੀ ਆ, ਤੀਜੀ ਹੈਗੀ ਹੈ, ਚੌਥੀ ਹੈਗੀ ਹੈ। ਸੋ ਪਹਿਲਾ, ਤੀਜਾ, ਚੌਥਾ, ਸੀ ਆਪਸ਼ਨ ਇਜ਼ ਦ ਰਾਈਟ ਆਪਸ਼ਨ। ਨੈਕਸਟ ਕੁਐਸਚਨ ਹੈ ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚਡ। ਕਿਹੜਾ ਕਰੈਕਟਲੀ ਮੈਚ ਨਹੀਂ ਹੋਇਆ? ਪਾਰਟ 2 ਸਿਟੀਜ਼ਨਸ਼ਿਪ ਬਾਰੇ ਹੈ, ਬਿਲਕੁਲ ਹੈ। ਨਾਲ ਨਾਲ ਮੈਂ ਆਰਟੀਕਲ ਦੱਸ ਦਿੰਨੀ ਆ, 5 ਤੋਂ ਲੈ ਕੇ 11 ਆਰਟੀਕਲ ਨੇ। ਸਿਟੀਜ਼ਨਸ਼ਿਪ ਦਾ ਕਨਸੈਪਟ ਕਿਹੜੇ ਦੇਸ਼ ਤੋਂ ਕਾਪੀ ਕੀਤਾ? ਇੰਗਲੈਂਡ। ਇਹ ਵਾਰੀ-ਵਾਰੀ ਰਿਪੀਟ ਆ ਰਹੇ ਨੇ ਕਨਸੈਪਟਸ, ਇਹਨਾਂ ਨੂੰ ਬੜਾ ਧਿਆਨ ਨਾਲ ਪੜ੍ਹਨਾ ਹੈ। ਔਰ ਸਿੰਗਲ ਸਿਟੀਜ਼ਨਸ਼ਿਪ ਦਾ ਕਨਸੈਪਟ ਹੈ। ਪਾਰਟ 3 ਹੈਗਾ ਸਾਡਾ ਫੰਡਾਮੈਂਟਲ ਰਾਈਟਸ। ਆਰਟੀਕਲਸ ਹੈਗੇ ਨੇ 12 ਤੋਂ ਲੈ ਕੇ 35 ਤੱਕ। ਪਾਰਟ 4 ਹੈਗਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ 36 to 51। ਐਂਡ ਪਾਰਟ 5 ਨਹੀਂ ਜੀ, ਪਾਰਟ 4 A is about fundamental duties। ਸੋ ਡੀ ਆਪਸ਼ਨ ਹੈ ਜਿਹੜਾ ਉਹ ਕਰੈਕਟ ਮੈਚ ਨਹੀਂ ਹੈਗਾ ਤੇ ਇਹਨਾਂ ਆਪਾਂ ਨੂੰ ਨਹੀਂ ਵਾਲੇ ਪੁੱਛਿਆ। ਸੋ ਡੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਹੈ ਗਿਵਨ ਬਿਲੋ ਆਰ 2 ਸਟੇਟਮੈਂਟਸ। ਉਹੀ ਚੀਜ਼ ਆ ਗਈ, ਅਸਰਸ਼ਨ ਤੇ ਰੀਜ਼ਨ ਦਾ ਕੁਐਸਚਨ ਤੁਹਾਨੂੰ ਹਰ ਇੱਕ ਕਨਸੈਪਟ ਦੇ ਵਿੱਚ ਆਊਗਾ ਹੀ ਆਊਗਾ, ਬਿਕੋਜ਼ PPSC ਜਿਹੜਾ ਟਾਰਗੇਟ ਕਰਦੀ ਹੈ ਅਸਰਸ਼ਨ ਤੇ ਰੀਜ਼ਨਸ ਵਾਲੇ ਕੁਐਸਚਨਸ ਨੂੰ ਕਰਦੀ ਆ। ਸੋ ਜੇ ਆਪਾਂ ਗੱਲ ਕਰੀਏ, ਕੁਐਸਚਨ ਹੈਗਾ, ਅਸਰਸ਼ਨ ਹੈਗਾ ਆਪਣਾ ਦ ਯੂਨੀਅਨ ਐਗਜ਼ੀਕਿਊਟਿਵ ਇਜ਼ ਹੈਡਡ ਬਾय ਦ ਪ੍ਰੈਜ਼ੀਡੈਂਟ ਆਫ ਇੰਡੀਆ। ਬਿਲਕੁਲ ਜੀ, ਆਰਟੀਕਲ 53 ਕੀ ਕਹਿੰਦਾ ਹੈਗਾ? ਆਲ ਦਾ ਯੂਨੀਅਨ ਐਗਜ਼ੀਕਿਊਟਿਵ ਪਾਵਰਸ ਜਿਹੜੀਆਂ ਹੈਗੀਆਂ ਨੇ ਉਹ ਕਿਹਦੇ ਅੰਡਰ ਜਾਂ ਕਿਹਦੇ ਨਾਮ ਤੇ ਆਉਂਦੀਆਂ ਨੇ, ਕਿਹਦੇ ਨਾਮ ਤੇ ਵੈਸਟ ਕੀਤੀਆਂ ਜਾਂਦੀਆਂ ਨੇ? ਪ੍ਰੈਜ਼ੀਡੈਂਟ ਦੇ ਨਾਮ ਤੇ। ਐਗਜ਼ੀਕਿਊਟਿਵ ਪਾਵਰ ਮੈਂ ਤੁਹਾਨੂੰ ਕਰਾ ਚੁੱਕੀ ਹਾਂ, ਨਿਯੁਕਤੀ, ਅਪੁਆਇੰਟਮੈਂਟ, ਸੈਂਟਰ ਲੈਵਲ ਤੇ ਸਾਰੇ ਡਿਸੀਜਨਸ, ਫਾਰਮਲ ਡਿਸੀਜਨਸ ਕਿਹਦੇ ਨਾਮ ਤੇ ਲਏ ਜਾਂਦੇ ਨੇਗੇ? ਪ੍ਰੈਜ਼ੀਡੈਂਟ ਦੇ। ਇਹ ਕਿਹੜਾ ਆਰਟੀਕਲ ਕਹਿੰਦਾ? 53। ਜੇ ਆਪਾਂ ਗੱਲ ਕਰੀਏ ਦੇਰ ਇਜ਼ ਨੋ ਲਿਮਿਟੇਸ਼ਨ ਔਨ ਦਾ ਪਾਵਰ ਆਫ ਦਾ ਪ੍ਰੈਜ਼ੀਡੈਂਟ। ਨਹੀਂ ਜੀ, ਬਿਲਕੁਲ ਨਹੀਂ। ਪਾਵਰ ਦੇ ਉੱਪਰ, ਪ੍ਰੈਜ਼ੀਡੈਂਟ ਦੇ ਉੱਪਰ ਲਿਮਿਟੇਸ਼ਨ ਹੈਗੀ ਹੈ। ਕੋਈ ਪ੍ਰੈਜ਼ੀਡੈਂਟ ਨੂੰ ਅਸੀਂ ਐਕਸਟ੍ਰੀਮ ਪਾਵਰ ਨਹੀਂ ਦਿੱਤੀ ਹੋਈ। ਪ੍ਰੈਜ਼ੀਡੈਂਟ ਦਾ ਆਰਟੀਕਲ ਪਹਿਲਾਂ ਆਨਸਰ ਦੇਖ ਲੈਂਦੇ ਹਾਂ, ਹੈ ਨਾ। ਏ ਸਹੀ ਆ, ਆਰ ਗਲਤ ਹੈ। ਏ ਇਜ਼ ਟਰੂ ਬਟ ਆਰ ਇਜ਼ ਫਾਲਸ। ਸੋ ਸੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਮੈਂ ਤੁਹਾਨੂੰ ਥੋੜਾ ਜਿਹਾ ਰਿਵਾਈਜ਼ ਕਰਾ ਦਿੰਨੀ ਆ। ਪ੍ਰੈਜ਼ੀਡੈਂਟ ਦਾ ਆਰਟੀਕਲ ਕਿਹੜਾ? 52 ਆਰਟੀਕਲ ਕਹਿੰਦਾ ਦੇਰ ਸ਼ੈਲ ਬੀ ਅ ਪ੍ਰੈਜ਼ੀਡੈਂਟ ਆਫ ਇੰਡੀਆ। ਪ੍ਰੈਜ਼ੀਡੈਂਟ ਦਾ ਕਨਸੈਪਟ ਕਿਹੜੇ ਦੇਸ਼ ਤੋਂ ਕਾਪੀ ਕੀਤਾ ਆਪਾਂ ਨੇ? ਇੰਗਲੈਂਡ ਤੋਂ। ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹਦੇ ਲਈ ਘੱਟ ਤੋਂ ਘੱਟ ਕਿੰਨੀ ਉਮਰ ਚਾਹੀਦੀ ਹੈ? 35 ਸਾਲ। ਪ੍ਰੈਜ਼ੀਡੈਂਟ ਦੀ ਇਲੈਕਸ਼ਨ ਆਰਟੀਕਲ 54, ਇਲੈਕਸ਼ਨ ਪ੍ਰੋਸੀਜਰ ਆਰਟੀਕਲ 55। ਸੋ ਇਹ ਜਿਹੇ ਇੰਪੋਰਟੈਂਟ ਨੇ। ਪ੍ਰੈਜ਼ੀਡੈਂਟ ਨੂੰ ਹਟਾਇਆ ਜਾਂਦਾ ਹੈ ਇੰਪੀਚਮੈਂਟ ਪ੍ਰੋਸੈਸ ਦੇ ਨਾਲ। ਇੰਪੀਚਮੈਂਟ ਪ੍ਰੋਸੈਸ ਕਾਪੀ ਕੀਤਾ ਆਪਾਂ USA ਤੋਂ। ਇੰਪੀਚਮੈਂਟ ਦਾ ਆਰਟੀਕਲ ਕਿਹੜਾ? 61। ਦੀਜ਼ ਆਰ ਦ ਇੰਪੋਰਟੈਂਟ ਪੁਆਇੰਟਸ ਰਿਲੇਟਡ ਟੂ ਪ੍ਰੈਜ਼ੀਡੈਂਟ। ਨੈਕਸਟ ਕੁਐਸਚਨ ਇਜ਼ ਦ ਇਲੈਕਟੋਰਲ ਕਾਲਜ ਆਫ ਪ੍ਰੈਜ਼ੀਡੈਂਟ ਕੰਸਿਸਟਸ ਆਫ। ਜਦੋਂ ਅਸੀਂ ਪ੍ਰੈਜ਼ੀਡੈਂਟ ਨੂੰ ਚੁਣਦੇ ਹਾਂ, ਇਲੈਕਟ ਕਰਦੇ ਹਾਂ, ਤਾਂ ਉਹਦੇ ਨਾਲ ਇੱਕ ਬਾਡੀ ਬਣਦੀ ਹੈ ਜਿਹਨੂੰ ਇਲੈਕਟੋਰਲ ਕਾਲਜ ਕਹਿੰਦੇ ਆ। ਇਹਦੇ ਵਿੱਚ ਕੌਣ ਕੌਣ ਹੁੰਦਾ ਹੈਗਾ? ਪਹਿਲੀ ਗੱਲ ਤਾਂ ਜਿਹੜਾ ਸਾਡਾ ਇਹ ਵਾਲਾ ਆਰਟੀਕਲ ਹੈ ਕਿਹੜਾ? 54। ਅਗੇਨ ਐਂਡ ਅਗੇਨ ਆਈ ਐਮ ਰਿਪੀਟਿੰਗ ਦਿਸ, ਆਰਟੀਕਲ 54 ਇਲੈਕਟੋਰਲ ਕਾਲਜ ਦੀ ਗੱਲ ਕਰਦਾ ਜਾਂ ਗੱਲ ਕਰਦਾ ਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਕੌਣ ਕੌਣ ਪਾਰਟਿਸਿਪੇਟ ਕਰੂਗਾ। ਸੋ ਬੇਸਿਕਲੀ ਦੇਖਦੇ ਹਾਂ, ਇਲੈਕਟਡ ਮੈਂਬਰਸ ਆਫ ਬੋਥ ਹਾਊਸਸ ਆਫ ਪਾਰਲੀਮੈਂਟ। ਬਿਲਕੁਲ ਸਹੀ ਹੈ। ਤੇ ਇਲੈਕਟਡ ਸ਼ਬਦ ਤੋਂ ਤੁਹਾਨੂੰ ਯਾਦ ਆ ਗਿਆ ਹੋਣਾ, ਆਪਾਂ ਬਹੁਤੇ ਵਾਰੀ ਕੀਤਾ ਹੈਗਾ ਕਿ ਆਪਣੇ ਪਾਰਲੀਮੈਂਟ ਦੇ 2 ਹਾਊਸ ਨੇ, ਲੋਕ ਸਭਾ ਐਂਡ ਰਾਜ
सभा इन केस ऑफ लोक सभा देयर आर 545 मैंबरस ते ये सारे दे सारे किहड़े हुंदे ने इलैक्टेड क्योंकि 2 एंगलो इंडियन मैंबर जिहड़े हुंदे सी जिन्हां नूं राष्ट्रपति 2 एंगलो इंडियन मैंबरस नूं लोक सभा च नामजद करदा सी वो आपां हटाते ने। हुण लोक सभा च सारे मैंबर ने जिहड़े इलैक्टेड फॉर्म दे होणगे। अगला की हैगा अगला जिहड़ा पॉइंट है राज सभा दे विच किन्ने मैंबर ने प्रेजेंट 245 जिन्हां दे विचों 233 इलैक्टेड ने ते 12 नॉमीनेटेड ने। सो इस चीज़ का बड़ा इंपॉर्टेंटली ध्यान रखना हैगा नॉमीनेटेड मैंबरस डू नॉट पार्टिसिपेट इन केस ऑफ इलैक्शन ऑफ प्रेजिडेंट। याद रखोगे तां ही करके इत्थे इलैक्टेड शब्द मैंशनड है ऑल नहीं लिखा होया। सो इलैक्टेड मैंबर बोथ हाउस ऑफ पार्लियामेंट बिल्कुल सही है। इलैक्टेड मैंबर ऑफ बोथ हाउसेज ऑफ स्टेट लैजिस्लेचर बिल्कुल गलत। जिहड़ियां साडीआं स्टेट लैजिस्लेचर ने उहदे 2 सिस्टम ने एक तो अपने किहड़ी हुंदी है लैजिस्लेटिव असैंबली ते एक अपना किहड़ा हुंदा हैगा लैजिस्लेटिव काउंसल। जे आपां गल करिए लैजिस्लेटिव असैंबली हर एक स्टेट दे विच होगी जिन्हों तुसीं की बोलदे हो विधान सभा। जे आपां गल करिए इंडिया दे विच 28 स्टेट्स ने हरेक स्टेट की विधान सभा होगी क्योंकि विधान सभा च जित्ती हुई पार्टी की सरकार बनती है। पर ऑप्शनल की हुंदी आ लैजिस्लेटिव काउंसल विधान परिषद जिन्हों कह दिंदे हो। सो जे आपां गल करिए जो असीं प्रेजिडेंट दी इलैक्शन की गल करते हैं बच्चा तां अपनी विधान सभा के मैंबर तां पार्टिसिपेट करते हैं पर लैजिस्लेटिव काउंसल के मैंबर पार्टिसिपेट नहीं करते। सो वी कांट से दैट बोथ हाउसेज ऑफ स्टेट ओनली विधान सभा ओनली लैजिस्लेटिव असैंबली। सो दूजा ऑप्शन गलत होया। इलैक्टेड मैंबरस ऑफ द लैजिस्लेटिव असैंबलीज ऑफ ऑल द स्टेट्स बिल्कुल सही है। हुणे कह के हटे आपां इलैक्टेड मैंबरस ऑफ द लैजिस्लेटिव असैंबलीज ऑफ दिल्ली एंड पुडुचेरी। दिस इज गोइंग टू बी वेरी वेरी इंपॉर्टेंट। किवें देखो जे आपां गल करिए साडे स्टेट्स दे विच तां विधान सभा हैगी है अपने एडमिनिस्ट्रेटिव सिस्टम है जिहड़ा 2 तरीके नाल चलदा है स्टेट्स ते यूटी दे तरीके नाल चलदा है। जे आपां गल करिए जिहड़ा यूटीज़ ने उन्हां दे विच 2 तरीके नाल एक तां 2 यूटीज़ इहो ਜਿਹੇ ने जिथे सीएम वाला सिस्टम हुंदा है जिथे लैजिस्लेटिव असैंबली हैगी आ। बाकी दे जिहड़े यूटीज़ ने उन्हां दा गवर्नर लैफ्टीनेंटल गवर्नर दी हैल्प दे नाल जिहड़ा एडमिनिस्ट्रेटिव सिस्टम आ चलदा है। वो 2 यूटी किहड़े ने एक दिल्ली आ ते एक पुडुचेरी है। सो बेसिकली इलैक्टेड मैंबरस ऑफ legislative assemblies of Delhi and Puducherry ये पांडेचेरी नाउ नेम चेंज हो गया दैट इज पुडुचेरी। सो ये पार्टिसिपेट करते हैं। आंसर हो गया पहला तीजा ते चौथा। सो डी ऑप्शन इज द राइट ऑप्शन। नेक्स्ट क्वेश्चन द मैंबर्स ऑफ बोर्ड ऑफ इलैक्शन ऑफ द प्रेजिडेंट ऑफ इंडिया आर। कहते प्रेजिडेंट उही सेम क्वेश्चन रिपीट हुआ होया इलैक्टेड मैंबर्स ऑफ लोक सभा इलैक्टेड मैंबर ऑफ राज्य सभा इलैक्टेड मैंबर ऑफ विधान सभा बट नॉट इलैक्टेड मैंबर ऑफ विधान परिषद। सो 1 2 3 थर्ड ऑप्शन। नेक्स्ट क्वेश्चन है कंसिडर द फॉलोइंग स्टेटमेंट्स अबाउट द प्रेजिडेंट ऑफ इंडिया। कहते देखना है तो उन्होंने दसना भी किहड़ियां सही ने। 3 स्टेटमेंट ने उन्होंने एक सही वाली दसनी है। ही शुड बी सिटीजन ऑफ इंडिया जे तो इत्थों ताईं हुंदा फिर तो सही सी बट बाय बर्थ नाल एक गलत हो गया। देखो असी पहला पॉइंट लिखते हैं कि जो भी बंदा भारत का राष्ट्रपति बनना चाहता है वह जन्म कह लो कि वह इत्थों का नागरिक होना चाहिए जन्म तो नहीं। जो बंदा जन्म तो किसी होर देश का पर उन्हें बाद चों आके भारत की नागरिक लै लई है तो एलिजिबल है टू बी द प्रेजिडेंट ऑफ इंडिया। सो जे आप बाय बर्थ कहांगे तो कहना गलत आ। ही शुड हैव कंप्लीटेड द एज ऑफ 35 ईयर्स बिल्कुल सही आ। बहुते बारी आप डिस्कस कर लिया मिनिमम एज क्राइटेरिया इज 35। ही शुड बी क्वालीफाइड टू फॉर द इलैक्शन एज अ मैंबर ऑफ पार्लियामेंट। आप एक चीज़ पढ़ी आ कि जिहड़ा प्रेजिडेंट है बेशक ना तो वह लोक सभा का मैंबर हुंदा बच्चा तो ना ही राज सभा का मैंबर हुंदा बट प्रेजिडेंट मस्ट बी क्वालीफाइड टू बी अ मैंबर ऑफ लोक सभा। सो आपां पहला ते तीजा हो गया अपना ठीक ते डी ऑप्शन हो गया अपना सही। नेक्स्ट क्वेश्चन है the president of India can be removed from office even before the expiry of the term। बिल्कुल आपां कहने आ जदों साडे देश दे विच असीं राष्ट्रपति नूं उहदा कार्यकाल टाइम टेन्यूर होण पूरा होण तो पहलां अहुदे तो हटाउणा होवे तां सानूं किहड़ी प्रोसैस फॉलो करनी पैंदी है इंपीचमेंट। इंपीचमेंट दा असीं बहुते बारी जिक्र कीता है। इंपीचमेंट वेरी इंपॉर्टेंट किहड़े आर्टिकल दे अंडर आउंदी है 61। इंपीचमेंट दा प्रोसैस कित्थों कापी कीता USA। इंपीचमेंट रिलेटेड बिल कित्थे पास होना जरूरी है पार्लियामेंट दे किन्ने सदन ने लोक सभा राज सभा। सो कई बारी कई बिल स्पैशली लोक सभा च पहला जांदे ने कई बिल राज सभा च पहला जांदे ने। पर जे आपां राष्ट्रपति दी इंपीचमेंट दी गल करिए तां जिहड़ा बिल हैगा वो लोक सभा जां राज सभा किसी च भी जा सकदा। देयर इज़ नो कंपल्शन। और इस तो बिना कोई भी बिल पास हो रहा है कि रुक रहा है कि नहीं हो रहा उहदे ते आपां नूं मेजोरिटी की जरूरत है। फॉर द इंपीचमेंट प्रोसैस देयर इज़ अ मेजोरिटी स्पैशल
मेजोरिटी, 2/3 मेजोरिटी हो गया सारा। चलो इंपीचमेंट सी ऑप्शन। नेक्स्ट क्वेश्चन है आ गया जी असर्शन, द एग्जीक्यूटिव पावर ऑफ द यूनियन वेस्टेड इन द प्रेजिडेंट ऑफ इंडिया। सही है, हुणे दस के हटिया आर्टिकल 54 कहता बच्चा द एग्जीक्यूटिव पावर इज कंसर्नड विद कैरिंग ऑन द बिजनेस ऑफ द गवर्नमेंट। देखो पहली गल तां जिहड़ा असर्शन है वो सही आ, जिहड़ा रीजन आ वो भी सही आ, पर जिहड़ा रीजन है एग्जीक्यूटिव पावर ऑफ इज कंसर्नड विद कैरिंग ऑन द बिजनेस ऑफ द गवर्नमेंट सही है, पर ਇਹਦੀ ਇਹ ਕਰੈਕਟ ਐਕਸਪਲੇਨੇਸ਼ਨ ਨਹੀਂ ਹੈਗਾ। बोथ A and R are true and R is not the correct explanation of A। चलो जी, the only instance when the president of India exercised his power of veto is related to, ਇੱਥੇ ਪਤਾ ਕਿਹੜੀ ਵੀਟੋ ਦੀ ਗੱਲ ਕਰ ਰਿਹਾ, ਇੱਥੇ ਪੌਕਟ ਵੀਟੋ ਦੀ ਗੱਲ ਕਰ ਰਿਹਾ। ਕਿਹੜੀ ਵੀਟੋ ਦੀ ਗੱਲ ਕਰ ਰਿਹਾ ਹੈ? ਪੌਕਟ ਵੀਟੋ ਦੀ। ਕਹਿੰਦਾ ਇੱਕੋ ਵਾਰੀ ਅਜਿਹਾ ਦੱਸੋ ਜਦੋਂ ਆਪਣੇ ਦੇਸ਼ ਦੇ ਰਾਸ਼ਟਰਪਤੀ ਨੇ ਪੌਕਟ ਵੀਟੋ ਦੀ ਵਰਤੋਂ ਕੀਤੀ ਹੋਵੇ। ਪਹਿਲੀ ਗੱਲ ਤੇ ਦਾ ਆਨਸਰ ਦੇਖ ਲਓ ਬੱਚਾ, ਦ ਇੰਡੀਅਨ ਪੋਸਟ ਆਫਿਸ ਬਿੱਲ ਅਮੈਂਡਮੈਂਟ ਬਿੱਲ, ਤੇ ਉਹ ਬੰਦਾ ਕਿਹੜਾ ਸੀ? ਗਿਆਨੀ ਜੈਲ ਸਿੰਘ। यानी जैल सिंह is the only president of India who used the veto power। ये याद रखना, the time is 1986 1986 ਦੇ ਵਿੱਚ ਗਿਆਨੀ ਜੈਲ ਸਿੰਘ ਨੇ ਪਹਿਲੀ ਵਾਰੀ ਤੇ ਅੱਜ ਤੱਕ ਸਿਰਫ ਇੱਕੋ ਵਾਰੀ ਇੰਡੀਅਨ ਪੋਸਟ ਆਫਿਸ ਬਿੱਲ ਦੇ ਉੱਪਰ ਵੀਟੋ ਪਾਵਰ ਹੈ ਜਿਹੜੀ ਉਹਦੀ ਵਰਤੋਂ ਕੀਤੀ ਹੈ। ਜੇ ਆਪਾਂ ਗੱਲ ਕਰੀਏ ਵੀਟੋ ਪਾਵਰ ਹੁੰਦੀ ਕੀ ਹੈ, ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਕੋਲੇ ਤਿੰਨ ਤਰੀਕੇ ਦੀਆਂ ਵੀਟੋ ਨੇ। ਐਬਸੋਲਿਊਟ ਵੀਟੋ ਹੁੰਦਾ ਹੈਗਾ, ਇੱਕ ਸਸਪੈਂਸਿਵ ਵੀਟੋ ਹੁੰਦਾ ਹੈਗਾ, ਇੱਕ ਪੌਕਟ ਵੀਟੋ ਹੁੰਦਾ। ਐਬਸੋਲਿਊਟ ਵੀਟੋ ਕੀ ਹੈ? ਬਿੱਲ ਡਿਨਾਈ ਕਰ ਦੋ। ਹੁਣ ਜੇ ਮੈਂ ਤੁਹਾਨੂੰ ਇੱਥੇ ਪੁੱਛਿਆ ਹੁੰਦਾ ਕੁਐਸਚਨ ਕਿ ਇੱਕੋ ਇੱਕ ਟਾਈਮ ਜਾਂ ਇੱਕੋ ਇੱਕ ਪ੍ਰੈਜ਼ੀਡੈਂਟ ਜਿਹਨੇ ਐਬਸੋਲਿਊਟ ਵੀਟੋ ਦੀ ਵਰਤੋਂ ਕੀਤੀ ਹੈ ਤਾਂ ਕਿਹਨੇ ਕੀਤੀ ਹੈ? ਡਾਕਟਰ ਰਜਿੰਦਰ ਪ੍ਰਸਾਦ ਨੇ। ਤੇ ਬਿੱਲ ਕਿਹੜਾ ਹੋਣਾ ਸੀ? ਪੈਪਸੂ ਐਪਰੋਪਰੀਏਸ਼ਨ ਬਿੱਲ 1951 ਦੇ ਵਿੱਚ ਜਿਹੜਾ ਸਾਡੇ ਦੇਸ਼ ਦਾ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਹੈ ਉਹਨੇ ਪੈਪਸੂ ਬਿੱਲ ਨੂੰ ਲੈ ਕੇ ਐਬਸੋਲਿਊਟ ਵੀਟੋ ਦੀ ਵਰਤੋਂ ਕੀਤੀ ਆ, ਤੇ ਜਿਹੜਾ ਸਾਡਾ ਗਿਆਨੀ ਜੈਲ ਸਿੰਘ ਨੇ 1986 ਦੇ ਵਿੱਚ ਪੋਸਟ ਆਫਿਸ ਬਿੱਲ ਨੂੰ ਲੈ ਕੇ ਪੌਕਟ ਵੀਟੋ ਦੀ ਵਰਤੋਂ ਕੀਤੀ ਆ। ਐਬਸੋਲਿਊਟ ਵੀਟੋ ਕੀ ਹੁੰਦੀ ਹੈ? ਡਿਨਾਈ ਕਰ ਦੋ। ਸਸਪੈਂਸਿਵ ਵੀਟੋ ਕੀ ਹੁੰਦੀ ਹੈ? ਕਿ ਰეკਮੈਂਡੇਸ਼ਨ ਦੇ ਲਈ ਬਿੱਲ ਰਾਜ ਸਭਾ ਜਾਂ ਲੋਕ ਸਭਾ ਜਾਂ ਗਵਰਨਮੈਂਟ ਕੋਲੇ ਵਾਪਸ ਭੇਜਿਆ ਜਾਊ ਰეკਮੈਂਡੇਸ਼ਨ ਦੇ ਲਈ, ਪਰ ਸਿਰਫ ਇੱਕ ਵਾਰੀ। ਇਹ ਯਾਦ ਰੱਖਣਾ, ਇਨ ਕੇਸ ਆਫ ਸਸਪੈਂਸਿਵ ਵੀਟੋ ਸਿਰਫ ਇੱਕੋ ਵਾਰੀ ਹੀ ਬਿੱਲ ਰეკਮੈਂਡੇਸ਼ਨ ਲਈ ਵਾਪਸ ਭੇਜਿਆ ਜਾਂਦਾ। ਤੇ ਪੌਕਟ ਵੀਟੋ ਕੀ ਹੁੰਦੀ ਹੈ? ਕਿਸੇ ਵੀ ਬਿੱਲ ਨੂੰ ਰਾਸ਼ਟਰਪਤੀ ਬਿਨਾਂ ਕਾਰਨ ਦੱਸੇ ਅਣਮਿੱਥੇ ਸਮੇਂ ਦੇ ਲਈ ਹੋਲਡ ਕਰਕੇ ਰੱਖ ਸਕਦਾ ਹੈ, ਦੈਟ ਇਜ਼ ਕਾਲਡ ਪੌਕਟ ਵੀਟੋ। ਤੇ ਆਪਾਂ ਨੂੰ ਕੁਐਸਚਨ ਪੌਕਟ ਵੀਟੋ ਦਾ ਤੇ ਆਨਸਰ ਤੀਜੇ ਵਾਲਾ ਸਹੀ ਹੋ ਜਾਊਗਾ। ਨੈਕਸਟ ਕੁਐਸਚਨ ਹੈ ਵਿਚ ਅਮੰਗ ਦ ਫੋਲੋਇੰਗ is are appointed by the president of India। ਕਿਹਨੂੰ ਸਾਡੇ ਦੇਸ਼ ਦਾ ਰਾਸ਼ਟਰਪਤੀ ਅਪੁਆਇੰਟ ਕਰਦਾ। ਦੇਖੋ ਅਪੁਆਇੰਟ ਕਰਨ ਦੀ ਪਾਵਰ, ਐਗਜ਼ੀਕਿਊਟਿਵ ਪਾਵਰ ਸੈਂਟਰਲ ਲੈਵਲ ਤੇ ਹੁੰਦੀ ਹੈ ਪ੍ਰੈਜ਼ੀਡੈਂਟ ਕੋਲੇ, ਸਟੇਟ ਲੈਵਲ ਤੇ ਹੁੰਦੀ ਹੈ ਗਵਰਨਰ ਕੋਲੇ। ਸੋ ਆਪਾਂ ਨੂੰ ਪੁੱਛਿਆ ਗਿਆ ਪਹਿਲੀ ਗੱਲ ਤਾਂ ਚੇਅਰਮੈਨ ਆਫ ਫਾਈਨਾਂਸ ਕਮਿਸ਼ਨ, ਬਿਲਕੁਲ ਸਹੀ, ਅੰਡਰ ਆਰਟੀਕਲ 280 ਆਪਣੇ ਦੇਸ਼ ਦੇ ਵਿੱਚ ਇੱਕ ਫਾਈਨਾਂਸ ਕਮਿਸ਼ਨ ਬਾਡੀ ਹੈ ਜਿਹਦਾ ਪ੍ਰਬੰਧ ਕੀਤਾ ਗਿਆ। ਤੇ ਜੇ ਆਪਾਂ ਗੱਲ ਕਰੀਏ ਫਾਈਨਾਂਸ ਕਮਿਸ਼ਨ ਨੂੰ ਅਪੁਆਇੰਟ ਕੌਣ ਕਰਦਾ? ਪ੍ਰੈਜ਼ੀਡੈਂਟ। ਸੋ ਪਹਿਲਾ ਆਪਸ਼ਨ ਇਹ ਨਾ। ਵਾਈਸ ਚੇਅਰਮੈਨ ਆਫ ਦਾ ਪਲੈਨਿੰਗ ਕਮਿਸ਼ਨ, ਬਿਲਕੁਲ ਵੀ ਨਹੀਂ, ਇਹ ਮੈਂ ਦੱਸਦੀ ਹਾਂ ਕੌਣ ਕਰਦਾ। ਦੂਜਾ ਆਊਟ ਆ। ਚੀਫ ਮਿਨਿਸਟਰਸ ਆਫ ਦਾ ਯੂਨੀਅਨ ਟੈਰੀਟਰੀਜ਼, ਬਿਲਕੁਲ ਸਹੀ, CM ਆਫ ਦਾ ਯੂਨੀਅਨ ਟੈਰੀਟਰੀਜ਼ ਆਰ ਅਪੁਆਇੰਟਡ ਬਾਈ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਪਹਿਲੀ ਗੱਲ ਤਾਂ ਆਪਸ਼ਨ ਦੇਖੋ C 1 ਤੇ 3 ਕਰੈਕਟ ਹੈ। ਹੁਣ ਜੇ ਆਪਾਂ ਗੱਲ ਕਰੀਏ A 233A 2 ਜੇ ਆਪਾਂ ਗੱਲ ਕਰੀਏ ਵਾਈਸ ਚੇਅਰਮੈਨ ਆਫ ਦਾ ਪਲੈਨਿੰਗ ਕਮਿਸ਼ਨ, ਇਹਨੂੰ ਕੌਣ ਕਰਦਾ? PM ਕਰਦਾ ਹੈਗਾ। ਪਹਿਲੀ ਗੱਲ ਤਾਂ ਪਲੈਨਿੰਗ ਕਮਿਸ਼ਨ ਸਾਡੇ ਦੇਸ਼ ਦੇ ਵਿੱਚ ਕੰਮ ਕਰਦਾ ਸੀ, 5 ਸਾਲਾ ਯੋਜਨਾ ਦਾ ਕਨਸੈਪਟ ਕੰਮ ਕਰਦਾ ਸੀ। ਹੁਣ ਉਹਨੂੰ ਅਸੀਂ ਰਿਪਲੇਸ ਕਰਕੇ ਕਿਹੜਾ ਕਨਸੈਪਟ ਲੈ ਕੇ ਆਏ ਆ? ਨੀਤੀ ਆਯੋਗ ਦਾ ਕਨਸੈਪਟ ਲੈ ਕੇ ਆਏ ਆ। ਚਾਹੋ ਤਾਂ ਸਾਡਾ ਪਲੈਨਿੰਗ ਕਮਿਸ਼ਨ ਹੈ ਉਹਦਾ ਜਿਹੜਾ ਮੇਨ ਚੇਅਰਮੈਨ ਹੈ ਉਹ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋਊਗਾ। ਤੇ ਜੇ ਆਪਾਂ ਨੀਤੀ ਆਯੋਗ ਦੀ ਗੱਲ ਕਰੀਏ ਇਹਦਾ ਵੀ ਚੇਅਰਪਰਸਨ ਕੌਣ ਹੋਊਗਾ? ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਆਫ ਇੰਡੀਆ। ਫੋਰ ਐਗਜ਼ਾਮਪਲ ਤੁਹਾਨੂੰ ਪੁੱਛਦੇ ਨੇ, ਨੀਚੇ ਨਾਮ ਦਿੰਦੇ ਨੇ, ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਨਰਿੰਦਰ ਮੋਦੀ, ਸੋ ਹੀ ਇਜ਼ ਆਲਸੋ the chairperson of ਨੀਤੀ ਆਯੋਗ। National Institute for Transforming India Planning Commission is replaced by now ਨੀਤੀ ਆਯੋਗ। 2013 ਚ ਬਣਿਆ ਸੀਗਾ, ਸੌਰੀ 14 ਚ ਬਣਿਆ ਸੀ, ਫਿਰ 2017 ਚ ਨੇ ਕੰਮ ਸ਼ੁਰੂ ਕੀਤਾ ਕਿਉਂਕਿ ਸਾਡਾ ਲਾਸਟ 5 ਈਅਰ ਪਲਾਨ ਸ਼ੁਰੂ ਹੋ ਖਤਮ ਹੋਣਾ ਸੀਗਾ ਤਾਂ ਕਰਕੇ। ਬਾਕੀ ਪਹਿਲਾ ਤੇ ਤੀਜਾ ਪੁਆਇੰਟ ਵਿੱਚ ਸਹੀ ਆ। ਨੈਕਸਟ ਕੁਐਸਚਨ ਹੈ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅਪੁਆਇੰਟਡ ਬਾਈ ਦਾ ਪ੍ਰੈਜ਼ੀਡੈਂਟ। ਹੁਣ ਕਹਿੰਦੇ ਇਹ 'ਚੋਂ ਕਿਹੜਾ ਪੁਆਇੰਟ ਨਹੀਂ ਹੁੰਦਾ? ਵਾਈਸ ਪ੍ਰੈਜ਼ੀਡੈਂਟ ਹੁੰਦਾ? ਬਿਲਕੁਲ ਵੀ ਨਹੀਂ, ਬਿਕਾਜ਼ ਵਾਈਸ ਪ੍ਰੈਜ਼ੀਡੈਂਟ ਇਜ਼ ਇਲੈਕਟਡ ਬਾਈ ਦਾ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ, ਨਾਟ ਅਪੁਆਇੰਟਡ। ਵਾਈਸ ਪ੍ਰੈਜ਼ੀਡੈਂਟ ਜਿਹੜਾ ਭਾਰਤ ਦਾ ਹੈਗਾ
ਉਪ ਰਾਸ਼ਟਰਪਤੀ ਭਾਰਤ ਦਾ ਹੈਗਾ ਉਹ ਅਪੋਇੰਟਡ ਨਹੀਂ ਹੁੰਦਾ, ਇਲੈਕਟਡ ਹੁੰਦਾ ਹੈਗਾ। ਪ੍ਰਾਈਮ ਮਿਨਿਸਟਰ ਨੂੰ ਅਪੋਇੰਟ ਕਰਦਾ, ਬਿਲਕੁਲ ਸਹੀ। ਗਵਰਨਰ ਅਪੋਇੰਟ ਕਰਦਾ, ਬਿਲਕੁਲ ਸਹੀ। ਚੀਫ ਇਲੈਕਸ਼ਨ ਕਮਿਸ਼ਨਰ ਨੂੰ ਅਪੋਇੰਟ ਕਰਦਾ, ਬਿਲਕੁਲ ਸਹੀ। ਠੀਕ ਹੈ, ਸੋ ਇਹ ਤਿੰਨੇ ਨੂੰ ਕਰਦਾ ਤੇ ਪਹਿਲੇ ਨੂੰ ਨਹੀਂ ਕਰਦਾਗਾ। ਅਗਲਾ ਕੁਐਸਚਨ ਹੈ, ਵਿਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਐਮਪਾਵਰਸ ਦਾ ਪ੍ਰੈਜ਼ੀਡੈਂਟ ਟੂ ਕੰਸਲਟ ਦਾ ਸੁਪਰੀਮ ਕੋਰਟ। ਇੰਪੋਰਟੈਂਟ ਕੁਐਸਚਨ ਹੈ। ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਬਾਈ ਯੂਜ਼ਿੰਗ ਆਰਟੀਕਲ 143, ਇਹ ਕਿਹੜਾ ਜੁਰਿਸਡਿਕਸ਼ਨ ਹੈ? ਐਡਵਾਈਜ਼ਰੀ ਜੁਰਿਸਡਿਕਸ਼ਨ। ਪੰਜਾਬੀ ਵਾਲੇ ਬੱਚਿਆਂ ਨੂੰ ਦੱਸਦਾ, ਇਹਨੂੰ ਪੰਜਾਬੀ 'ਚ ਬੋਲਦੇ ਨੇ ਸਲਾਹਕਾਰੀ ਅਧਿਕਾਰ ਖੇਤਰ। ਸਲਾਹਕਾਰੀ ਅਧਿਕਾਰ ਖੇਤਰ। ਦੇਖੋ ਬੱਚਾ ਕੀ ਆ, ਪਹਿਲਾਂ ਤਾਂ ਆਪਾਂ ਇਹਨੂੰ ਦੇਖਦੇ ਹਾਂ, ਫਿਰ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਜੁਰਿਸਡਿਕਸ਼ਨ ਥੋੜ੍ਹੇ ਜਿਹੇ ਦੱਸ ਦੂੰਗੀ ਕਿ ਕੀ ਹੁੰਦੇ ਨੇ। ਦੇਖੋ ਸਲਾਹਕਾਰੀ ਅਧਿਕਾਰ ਖੇਤਰ ਦਾ ਮਤਲਬ ਹੈ ਜਦੋਂ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਕਿਸੇ ਵੀ ਤਰੀਕੇ ਦੀ ਲਾਅ ਐਡਵਾਈਸ ਦੀ ਜ਼ਰੂਰਤ ਹੈਗੀ ਹੈ, ਲਾਅ ਨਾਲ ਸੰਬੰਧਿਤ ਸਲਾਹ ਦੀ ਜ਼ਰੂਰਤ ਹੈਗੀ ਹੈ, ਹੀ ਕੈਨ ਕੰਸਲਟ ਵਿਦ ਸੁਪਰੀਮ ਕੋਰਟ। ਇਹੀ ਚੀਜ਼ ਪੁੱਛੀ ਗਈ ਹੈ ਕਿ ਕਿਹਦੇ ਨਾਲ ਪ੍ਰੈਜ਼ੀਡੈਂਟ ਕੰਸਲਟ ਕਰ ਸਕਦਾ ਬਾਈ ਯੂਜ਼ਿੰਗ ਆਰਟੀਕਲ 143 ਸੁਪਰੀਮ ਕੋਰਟ ਦੇ ਨਾਲ। ਪਰ ਇੱਕ ਚੀਜ਼ ਯਾਦ ਰੱਖਿਓ, ਜੇ ਸੁਪਰੀਮ ਕੋਰਟ ਵੱਲੋਂ ਦਿੱਤੀ ਹੋਈ ਸਲਾਹ ਸਾਡੇ ਰਾਸ਼ਟਰਪਤੀ ਨੂੰ ਨਹੀਂ ਪਸੰਦ ਆ ਰਹੀ ਤਾਂ ਕੋਈ ਉਹ ਬਾਉਂਡਡ ਨਹੀਂ ਹੁੰਦਾ ਉਸ ਸਲਾਹ ਨੂੰ ਮੰਨਣ ਦੇ ਲਈ। ਲੈ ਜ਼ਰੂਰ ਸਕਦਾ, ਸਲਾਹ ਦੇ ਵੀ ਸਕਦਾ, ਪਰ ਬਾਉਂਡਡ ਨਹੀਂ ਹੁੰਦਾਗਾ। ਜੇ ਆਪਾਂ ਗੱਲ ਕਰੀਏ ਹੁਣ ਥੋੜਾ ਜਿਹਾ ਆਪਾਂ ਇੰਪੋਰਟੈਂਟ ਡਿਸਕਸ਼ਨ ਕਰਦੇ ਹਾਂ, ਇੱਥੇ ਲਿਖ ਲੈਂਦੇ ਹਾਂ। ਜੇ ਆਪਾਂ ਗੱਲ ਕਰੀਏ ਜਿਹੜਾ ਸਾਡਾ ਸੁਪਰੀਮ ਕੋਰਟ ਆ ਉਹਦੇ ਕੋਲ ਜੁਰਿਸਡਿਕਸ਼ਨਸ ਹੁੰਦੇ ਨੇ, ਉਹਦੇ ਵਿੱਚ ਇੱਕ ਤਾਂ ਓਰੀਜਨਲ ਜੁਰਿਸਡਿਕਸ਼ਨ ਹੈ, ਓਰੀਜਨਲ ਜੁਰਿਸਡਿਕਸ਼ਨ, ਇੱਕ ਐਪਲੇਟ ਜੁਰਿਸਡਿਕਸ਼ਨ ਹੈ, ਇੱਕ ਆ ਗਿਆ ਤੁਹਾਡਾ ਐਡਵਾਈਜ਼ਰੀ ਜੁਰਿਸਡਿਕਸ਼ਨ ਹੈ। ਇਸ ਤੋਂ ਬਿਨਾਂ ਉਹਦੇ 'ਚ ਆਪਾਂ ਰਿਟ ਰੱਖਦੇ ਹਾਂ, ਆ ਪੁਆਇੰਟ ਨੇ। ਉਸ ਤੋਂ ਬਿਨਾਂ ਆਪਾਂ ਉਹਨੂੰ ਕੋਰਟ ਆਫ ਰੈਕਰਡ ਬੋਲਦੇ ਹਾਂ, ਕੋਰਟ ਆਫ ਰੈਕਰਡ। ਤੇ ਇਸ ਤੋਂ ਬਿਨਾਂ ਆਪਾਂ ਜੁਡੀਸ਼ੀਅਲ ਰਿਵਿਊ ਦੀ ਪਾਵਰ ਇਹਨੂੰ ਦੇਖਦੇ ਹਾਂ। ਹੁਣ ਮੈਂ ਥੋੜਾ ਜਿਹਾ ਜਲਦੀ ਦੱਸ ਦਿੰਦੀ ਹਾਂ। ਓਰੀਜਨਲ ਜੁਰਿਸਡਿਕਸ਼ਨ ਦੇ ਅੰਡਰ ਉਹ ਸਾਰੇ ਕੇਸਸ ਜਿਹੜੇ ਡਾਇਰੈਕਟਲੀ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ, ਮਤਲਬ ਕਿਸੇ ਲੋਅਰ ਕੋਰਟ 'ਚ ਨਹੀਂ ਜਾਣਗੇ, ਜਿਵੇਂ ਕਿ ਸਾਡੇ ਮੌਲਿਕ ਅਧਿਕਾਰਾਂ ਨਾਲ ਰਿਲੇਟਡ ਹੋ ਗਿਆ। ਜਾਂ ਫਿਰ ਓਰੀਜਨਲ ਜੁਰਿਸਡਿਕਸ਼ਨ ਦੇ ਵਿੱਚ ਕੀ ਆਉਂਦਾ ਹੈਗਾ ਕਿ ਜਿਵੇਂ ਆਪਾਂ ਕਹਿ ਦਈਏ ਕਿ ਦੋ ਸਟੇਟਸ ਦਾ ਆਪਸੀ ਝਗੜਾ ਹੈਗਾ, ਸਟੇਟ ਵਰਸਸ ਯੂਨੀਅਨ ਹੈ, ਇਹੋ ਜਿਹੇ ਕੇਸਸ ਡਾਇਰੈਕਟਲੀ ਸੁਪਰੀਮ ਕੋਰਟ 'ਚ ਜਾਂਦੇ ਨੇ, ਜਿਹਨੂੰ ਓਰੀਜਨਲ ਬੋਲਦੇ ਨੇ। ਐਪਲੇਟ ਕੀ ਹੁੰਦੇ ਨੇ? ਅਪੀਲੀ। ਅਪੀਲਾਂ ਸਾਡੀਆਂ ਦੋ ਤਰੀਕੇ ਦੀਆਂ ਹੁੰਦੀਆਂ, ਦੀਵਾਨੀ ਤੇ ਫੌਜਦਾਰੀ। ਜਦੋਂ ਅਸੀਂ ਸਟੈਪ ਬਾਈ ਸਟੈਪ ਲੋਅਰ ਕੋਰਟ ਟੂ ਹਾਇਰ ਕੋਰਟ ਤੱਕ ਕੀ ਕਰਦੇ ਹਾਂ, ਮੂਵ ਕਰਦੇ ਹਾਂ। ਫੋਰ ਐਗਜ਼ਾਮਪਲ ਅਸੀਂ ਡਿਸਟ੍ਰਿਕਟ ਕੋਰਟ 'ਚ ਕੇਸ ਕੀਤਾ, ਉੱਥੇ ਸਾਡਾ ਕੁਛ ਨਹੀਂ ਬਣਿਆ, ਫਿਰ ਅਸੀਂ ਹਾਈ ਕੋਰਟ 'ਚ ਕੇਸ ਕਰਦੇ ਹਾਂ, ਉੱਥੋਂ ਅਸੀਂ ਕੁਛ ਨਹੀਂ ਬਣਿਆ ਤਾਂ ਫਿਰ ਅਸੀਂ ਸੁਪਰੀਮ ਕੋਰਟ ਜਾਂਦੇ ਹਾਂ। ਸਟੈਪ ਬਾਈ ਸਟੈਪ ਵੈਨ ਵੀ ਆਰ ਮੂਵਿੰਗ ਫਰੋਮ ਲੋਅਰ ਕੋਰਟ ਟੂ ਹਾਇਰ ਕੋਰਟ ਦੈਨ ਇਟਸ ਕਾਲਡ ਐਪਲੇਟ ਜੁਰਿਸਡਿਕਸ਼ਨ। ਐਡਵਾਈਜ਼ਰੀ ਮੈਂ ਤੁਹਾਨੂੰ ਸਮਝਾਤਾ, ਰਿਟ 5 ਤਰੀਕੇ ਦੇ ਰਿਟ ਆ। ਬਾਈ ਯੂਜ਼ਿੰਗ ਆਰਟੀਕਲ 32 ਅਸੀਂ ਸੁਪਰੀਮ ਕੋਰਟ 'ਚ ਰਿਟ ਪਾਉਣ ਜਾਂਦੇ ਆ। ਸੋ ਇਹ ਪੁਆਇੰਟ ਸੀਗੇ ਜਿਹੜੇ ਇਸ ਕੁਐਸਚਨ ਨਾਲ ਰਿਲੇਟਡ ਇੰਪੋਰਟੈਂਟ ਸੀ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਡਜ਼ਨਟ ਕੰਸਿਸਟ ਇਨ ਦਾ ਪਾਵਰ ਟੂ ਪਾਰਡਨ ਆਫ ਪ੍ਰੈਜ਼ੀਡੈਂਟ। ਦੇਖੋ ਜੀ ਬਹੁਤ ਜ਼ਰੂਰੀ, ਪਾਰਡਨ ਦਾ ਮਤਲਬ ਕੀ ਹੁੰਦਾ? ਮਾਫ ਕਰਨ ਦੀਆਂ ਸ਼ਕਤੀਆਂ ਕਿਹੜੀਆਂ ਨਹੀਂ ਹੈਗੀਆਂ? ਡਿਟੈਂਸ਼ਨ ਨਹੀਂ ਹੈਗੀ ਤੇ ਕੰਟੀਨਿਊਏਸ਼ਨ ਨਹੀਂ ਹੈਗੀ। ਛੇਵਾਂ ਤੇ ਹੈ ਆਸੀ ਈ ਆਪਸ਼ਨ, 6ਵਾਂ ਤੇ 7ਵਾਂ। ਪਹਿਲੀ ਗੱਲ ਤਾਂ ਇਨਕਲੂਡਡ ਨਹੀਂ ਹੈਗਾ। ਦੂਸਰੀ ਚੀਜ਼, ਸਾਡੇ ਦੇਸ਼ ਦੇ ਵਿੱਚ ਰਾਸ਼ਟਰਪਤੀ ਆਪਣੀਆਂ ਪਾਵਰਸ ਨੇ ਜਿਹੜੀਆਂ ਕਿਸ ਤਰੀਕੇ ਦੇ ਨਾਲ ਯੂਜ਼ ਕਰਦਾ। ਜਿਹੜੀਆਂ ਪਾਰਡਨ ਪਾਵਰ ਨੇ 1 2 3 4 ਤਰੀਕੇ ਦੀਆਂ ਹੁੰਦੀਆਂ ਨੇ। ਜੇ ਆਪਾਂ ਗੱਲ ਕਰੀਏ ਕਮਿਊਟ ਤੋਂ ਸ਼ੁਰੂ ਕਰਦੇ ਹਾਂ, ਇਹਦੇ 'ਚ ਕੀ ਹੁੰਦਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ, ਕਮਿਊਟ ਦੇ ਵਿੱਚ ਕੀ ਹੁੰਦਾ? ਪ੍ਰੈਜ਼ੀਡੈਂਟ ਕੈਨ ਚੇਂਜ ਦ ਨੇਚਰ ਆਫ ਪਨਿਸ਼ਮੈਂਟ। ਪ੍ਰੈਜ਼ੀਡੈਂਟ ਕੈਨ ਚੇਂਜ ਦ ਨੇਚਰ ਆਫ ਪਨਿਸ਼ਮੈਂਟ। ਲਾਈਕ ਕਿਵੇਂ? ਜੇ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ, ਉਹਨੂੰ ਘਟਾ ਕੇ ਜੇਲ੍ਹ ਵਿੱਚ ਭੇਜ ਸਕਦਾ। ਫਾਂਸੀ ਤੋਂ ਜੇਲ੍ਹ ਕਰਤਾ, ਨੇਚਰ ਚੇਂਜ ਹੋ ਗਿਆ। ਦਿਸ ਇਜ਼ ਕਾਲਡ ਕਮਿਊਟ ਔਰ ਕਮਿਊਟੇਸ਼ਨ। ਸਮਝ ਲੱਗਿਆ ਬੱਚਾ? ਪਾਰਡਨ ਪਾਵਰ ਵੀ 4 ਤਰੀਕੇ ਨਾਲ ਵੈਸਟ ਕੀਤੀ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਰੀਮਿਸ਼ਨ ਦੀ, ਰੀਮਿਸ਼ਨ ਦੇ ਵਿੱਚ ਕੀ ਹੈਗਾ ਕਿ ਸਜ਼ਾ ਨੂੰ ਘਟਾ ਵਧਾ ਸਕਦਾ ਹੈਗਾ, ਪਰ ਨੇਚਰ ਚੇਂਜ ਨਹੀਂ ਕਰ ਸਕਦਾ। ਰਿਡਿਊਸ ਕਰ ਸਕਦਾ, ਇਨਕਰੀਜ਼ ਕਰ ਸਕਦਾ। ਰੀਮਿਸ਼ਨ ਦੇ ਵਿੱਚ ਇਨਕਰੀਜ਼ ਵੀ ਕਰ ਸਕਦਾ, ਡਿਕਰੀਜ਼ ਵੀ ਕਰ ਸਕਦਾ, ਪਰ ਕੀ ਨਹੀਂ ਕਰ ਸਕਦਾ? ਨੇਚਰ ਚੇਂਜ ਨਹੀਂ ਕਰ ਸਕਦਾ। ਜਿਵੇਂ ਕਮਿਊਟੇਸ਼ਨ ਦੇ ਵਿੱਚ ਕਰ ਰਿਹਾ ਸੀ, ਨੇਚਰ ਨਹੀਂ ਚੇਂਜ ਹੋਊਗਾ, ਘਟਾ ਵਧਾ ਸਕਦਾ। ਜੇ ਆਪਾਂ ਰਿਸਪਾਈਟ ਦੀ ਗੱਲ ਕਰੀਏ, ਇਹਦੇ 'ਚ ਕੀ ਹੁੰਦਾ? ਸਪੈਸ਼ਲ ਸਿਚੁਏਸ਼ਨ ਦੇ ਵਿੱਚ ਰਿਸਪਾਈਟ ਪਾਵਰ ਹੈ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ। ਨੇਚਰ ਆਫ ਪਨਿਸ਼ਮੈਂਟ ਕੈਨ ਚੇਂਜਡ ਐਂਡ ਰਿਡਿਊਸਡ ਆਲਸੋ। ਜਿਹੜੀ ਆਪਾਂ ਗੱਲ ਕਰੀਏ ਰਿਸਪਾਈਟ, ਨੇਚਰ ਵੀ ਚੇਂਜ ਹੋ ਸਕਦਾ ਤੇ ਸਜ਼ਾ ਰਿਡਿਊਸ ਵੀ ਹੋ ਸਕਦੀ ਹੈ, ਘੱਟ ਵੱਧ ਵੀ ਸਕਦੀ ਹੈ। ਇਹਦੇ 'ਚ ਇੱਕ ਕੰਡੀਸ਼ਨ ਸੀ ਕਿ ਜਾਂ ਤਾਂ ਨੇਚਰ ਚੇਂਜ ਹੋਊਗਾ ਜਾਂ ਸਜ਼ਾ ਘੱਟੂ ਵਧੂਗੀ। ਇਹਦੇ 'ਚ ਦੋਨੇ ਹੋ ਗਈਆਂ। ਇਸ ਤੋਂ ਬਿਨਾਂ ਰਿਸਪਾਈਟ ਹੋ ਗਿਆ, ਇਹਦੇ 'ਚ ਰਿਪਰੀਵ ਹੋ ਗਿਆ। ਇਹਦੇ 'ਚ ਕੀ ਹੈ? ਰਿਪਰੀਵ ਦੇ ਵਿੱਚ ਕੀ ਹੈ? ਆਹ ਵਾਲਾ ਰਿਪਰੀਵ, ਇਹਦੇ 'ਚ ਕੀ ਹੈ?
ਡੈਥ ਸੈਂਟੈਂਸ ਨੂੰ ਸਸਪੈਂਡ ਕਰ ਸਕਦਾ, ਪੋਸਟਪੋਨ ਕਰ ਸਕਦਾ। ਡੈਥ ਸੈਂਟੈਂਸ ਫਾਂਸੀ ਦੀ ਸਜ਼ਾ ਜੇ ਕਿਸੇ ਨੂੰ 5 ਅਗਸਤ ਨੂੰ ਸੁਣਾਈ ਗਈ ਆ, ਉਹਨੂੰ ਇੱਧਰ ਉੱਧਰ ਕਰਨਾ ਹੈ ਤਾਂ ਉਹ ਰਿਪਰੀਵ ਦੇ ਥਰੂ ਕਰ ਸਕਦਾ। ਹੋਪ ਸੋ ਤੁਹਾਨੂੰ ਸਮਝ ਆ ਗਿਆ ਹੋਣਾ। ਦਿਸ ਇਜ਼ ਇੰਪੋਰਟੈਂਟ ਆ, ਕਾਫੀ ਅੱਛਾ ਕੁਐਸਚਨ ਬਣਦਾ। ਸੋ ਆਪਣਾ ਆਨਸਰ ਆ ਗਿਆ ਭਾਈ 6ਵਾਂ ਤੇ 7ਵਾਂ ਕਹਿੰਦੇ ਇਹ 'ਚ ਨਹੀਂ ਆਉਂਦੇ, ਪਾਰਡਨ ਤੇ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਨੈਕਸਟ ਕੁਐਸਚਨ ਹੈ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਅਸਰਸ਼ਨ ਤੇ ਰੀਜ਼ਨ। ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਡਿਫਰੈਂਟ ਫਰਮ ਦਾ ਬ੍ਰਿਟਿਸ਼ ਕਿੰਗ। ਹੈਗਾ President of India is different from the British king. Office of Indian President is similar to that of America. पहली गल तो दोनों पॉइंट आपकी जगह ते एक दूजे दे एक्सप्लेन नहीं कर रहे, मतलब असर्शन ते मतलब आ चीज़ तो आ ही नहीं सकती। ठीक है, यदि कोई सही एक्सप्लेनेशन नहीं हैगी, आ चीज़ नहीं आ सकती। मतलब ਹੁਣ ਆਪਾਂ ਦੇਖਦੇ ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਡਿਫਰੈਂਟ ਫਰਮ ਦਾ ਬ੍ਰਿਟਿਸ਼ ਕਿੰਗ। ਨਹੀਂ ਡਿਫਰੈਂਟ ਹੈਗਾ ਅਸਲ ਦੇ ਵਿੱਚ। ਪ੍ਰੈਜ਼ੀਡੈਂਟ ਆਫ ਇੰਡੀਆ ਦੀਆਂ ਪਾਵਰਸ ਨੇ ਜਿਹੜੀਆਂ ਉਹ ਬ੍ਰਿਟਿਸ਼ ਕਿੰਗ ਵਰਗੀਆਂ ਹੁੰਦੀਆਂ ਨੇ। ਹੁਣ ਦੇਖੋ ਧਿਆਨ ਦੇ ਨਾਲ, ਮੈਂ ਪਹਿਲਾਂ ਵੀ ਲੈਕਚਰ ਦੇ ਵਿੱਚ ਪੜ੍ਹਾਇਆ ਸੀ, ਡੈਮੋਕ੍ਰੇਸੀ ਆਪਣੇ ਆ, ਡੈਮੋਕ੍ਰੇਸੀ ਇੰਗਲੈਂਡ ਦੇ ਵਿੱਚ ਹੈ ਤੇ ਆਪਾਂ ਜਿਹੜਾ ਪ੍ਰੈਜ਼ੀਡੈਂਟ ਆ ਉਹਦੀ ਪੋਜੀਸ਼ਨ ਕਿੱਥੋਂ ਕਾਪੀ ਕੀਤੀ ਹੈ? ਇੰਗਲੈਂਡ ਤੋਂ ਕਾਪੀ ਕੀਤੀ ਹੈ। ਪਰ ਜਿਹੜੀਆਂ ਆਪਣੇ ਪ੍ਰੈਜ਼ੀਡੈਂਟ ਦੀਆਂ ਤੇ ਉਹ ਕਹਿ ਲਓ ਕਿ ਬ੍ਰਿਟਿਸ਼ਨ ਦੇ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਪਾਵਰਸ ਨੇ ਨਾ ਉਹ ਸੇਮ ਨੇ। ਜੇ ਉਹਨਾਂ ਦੀ ਇਲੈਕਸ਼ਨ ਦੀ ਪ੍ਰੋਸੈਸ ਦੇਖੀਏ, ਆਪਣੇ ਤਾਂ ਰਿਪਬਲਿਕ ਸਿਸਟਮ ਹੈ, ਆਪਣੇ ਤਾਂ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਕੀ ਹੁੰਦਾ ਚੁਣਿਆ ਹੋਇਆ ਹੁੰਦਾ, ਉੱਥੇ ਤਾਂ ਪ੍ਰੈਜ਼ੀਡੈਂਟ ਮਨਾਰਕੀ ਸਿਸਟਮ ਦੇ ਥਰੂ ਹੁੰਦਾ ਹੈ ਨਾ। ਸੋ ਪਰ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਆਫਿਸ ਆਫ ਇੰਡੀਅਨ ਪ੍ਰੈਜ਼ੀਡੈਂਟ ਇਜ਼ ਸਿਮਿਲਰ ਟੂ ਦੈਟ ਆਫ ਅਮਰੀਕਾ। ਇਹ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਹਾਂ A is true but R is false। ठीक है, होप सो ਤੁਹਾਨੂੰ ਸਮਝ ਆ ਗਿਆ ਹੋਣਾ। Who among the following occupied the office of the Prime Minister of India more than once with gap in between their political career? ਇਹ ਥੋੜਾ ਜਿਹਾ ਮੈਂ ਘੁਮਾ ਕੇ ਜੇ ਕੁਐਸਚਨ ਪਾਇਆ। ਕਿਵੇਂ ਕਹਿੰਦੇ ਅੱਜ ਤੱਕ ਜਿਹੜੇ ਨੀਚੇ ਲਿਖੇ ਹੋਏ ਨੇ ਉਹਨਾਂ ਦੇ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨੇ ਜਿਹੜੇ ਕਿ ਗੈਪ ਦੇ ਨਾਲ ਬਣੇ ਨੇ? ਕੀ ਲਿਖਿਆ? once with gaps in between their political career। ਕਈ ਤਾਂ ਲਗਾਤਾਰ ਬਣੇ ਨੇ, ਜਿਵੇਂ ਕਿ ਜਵਾਹਰ ਲਾਲ ਨਹਿਰੂ ਲਗਾਤਾਰ ਬਣੇ ਨੇ, ਲਾਲ ਬਹਾਦਰ ਸ਼ਾਸਤਰੀ ਲਗਾਤਾਰ ਬਣੇ ਨੇ। ਇਹਨਾਂ ਨੇ ਗੈਪ ਵਾਲੇ ਪੁੱਛੇ ਨੇ, ਮਤਲਬ ਪਹਿਲੇ ਦੋ ਤਾਂ ਹੋ ਹੀ ਨਹੀਂ ਸਕਦੇ। ਜਵਾਹਰ ਲਾਲ ਨਹਿਰੂ ਸਭ ਤੋਂ ਜ਼ਿਆਦਾ ਵਾਰੀ ਬਣਨ ਵਾਲੇ ਤੇ ਸਭ ਤੋਂ ਜ਼ਿਆਦਾ ਟਾਈਮ ਟੈਨਿਊਰ ਵਾਲੇ ਪ੍ਰਾਈਮ ਮਿਨਿਸਟਰ ਰਹੇ ਨੇ। ਲਾਲ ਬਹਾਦਰ ਸ਼ਾਸਤਰੀ ਵੀ ਲਗਾਤਾਰ ਬਣੇ ਨੇ। ਇਹ ਬੰਦਾ ਲਗਾਤਾਰ ਨਹੀਂ ਬਣਿਆ, ਇਹ ਨਹੀਂ ਬਣੀ ਇੰਦਰਾ ਗਾਂਧੀ, ਅਟਲ ਬਿਹਾਰੀ ਵਾਜਪਾਈ ਨਹੀਂ ਬਣਿਆ। ਇਹਨਾਂ ਦਾ ਬਣਨ ਦਾ ਟਾਈਮ ਟੈਨਿਊਰ ਹੈ ਜਿਹੜਾ ਵੱਖੋ ਵੱਖਰਾ ਹੈਗਾ, ਮਤਲਬ ਗੈਪ ਆਇਆ ਫਿਰ ਸੋ 3 4 ਤੇ 5 ਨੇ ਜਿਹੜੇ ਗੈਪ ਨਾਲ ਬਣੇ ਨੇ। ਆਪਾਂ ਦੇਖੀਏ ਜੇ ਗੁਲਜ਼ਾਰੀ ਲਾਲ ਨੰਦਾ ਜਿਹੜਾ ਉਹ 66 ਤੋਂ ਪਹਿਲਾਂ ਤਾਂ ਮਈ 66 ਤੋਂ ਮਾਰਚ 77 ਤੱਕ ਰਿਹਾ ਹੈਗਾ, ਨਹੀਂ ਮਈ 64 ਤੋਂ ਜੂਨ 64 ਤੱਕ ਰਹੇਗਾ, ਫਿਰ 66 ਤੋਂ ਕਿਹਦੇ ਤੱਕ ਰਹੇਗਾ? 66 ਤੱਕ ਰਿਹਾ, ਕੁਛ ਕੁ ਮਹੀਨਿਆਂ ਦੇ ਫਰਕ ਨਾਲ ਰਿਹਾ, ਮਤਲਬ ਗੈਪ ਨਾਲ ਰਹੇ ਨੇ। ਸੇਮ ਇੰਦਰਾ ਗਾਂਧੀ ਦਾ ਸੀਨ ਸੀ, ਪਹਿਲਾਂ 66 ਤੋਂ 77 ਤੱਕ ਰਹੀ ਹੈ, ਫਿਰ 1977 ਤੋਂ 80 ਤੱਕ 3 ਸਾਲਾਂ ਦਾ ਗੈਪ ਰਿਹਾ, 80 ਤੋਂ 84 ਤੱਕ ਰਹੀ ਹੈ। ਸੇਮ ਇਹਦਾ ਸੀਗਾ ਅਟਲ ਬਿਹਾਰੀ ਵਾਜਪਾਈ ਦਾ। ਸੋ ਆਪਣੀਆਂ ਲਾਸਟ ਵਾਲੀਆਂ 3 ਆਪਸ਼ਨ ਸਹੀ ਹੋ ਜਾਣੀਆਂ। ਹੂ ਇਜ਼ ਨੋਨ ਐਜ਼ ਦਾ ਫਸਟ ਲਾਅ ਆਫਿਸਰ ਆਫ ਇੰਡੀਆ? ਲਾਅ ਆਫਿਸਰ ਆਫ ਇੰਡੀਆ ਪਹਿਲੀ ਗੱਲ ਤਾਂ ਕੌਣ ਹੈ ਜੀ? ਅਟਾਰਨੀ ਜਨਰਲ ਆਫ ਇੰਡੀਆ। ਸਾਡੇ ਦੇਸ਼ ਦੇ ਵਿੱਚ ਲੀਗਲ ਐਡਵਾਈਜ਼ਰ ਟੂ ਦ ਗਵਰਨਮੈਂਟ ਆਫ ਇੰਡੀਆ ਇਜ਼ ਅਟਾਰਨੀ ਜਨਰਲ ਆਫ ਇੰਡੀਆ ਦੈਟ ਕਮਸ ਅੰਡਰ ਆਰਟੀਕਲ 76। ਇੰਪੋਰਟੈਂਟ ਹੈ। ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਚੀਫ ਜਸਟਿਸ ਆਫ ਇੰਡੀਆ ਸਾਨੂੰ ਪਤਾ ਹੈ, ਕੰਪਟਰੋਲਰ ਡਾਇਰੈਕਟਰ ਜਨਰਲ ਸਾਨੂੰ ਪਤਾ ਹੈ, ਲਾਅ ਸੈਕਟਰੀ ਕੀ ਹੁੰਦਾ ਇਹ ਨਹੀਂ। ਅਟਾਰਨੀ ਜਨਰਲ ਆਫ ਇੰਡੀਆ ਇਜ਼ ਦਾ ਫਸਟ ਲਾਅ ਆਫਿਸਰ ਆਫ ਇੰਡੀਆ, ਕਮਸ ਅੰਡਰ ਆਰਟੀਕਲ 76। ਜਦੋਂ ਸਾਡੀ ਸਰਕਾਰ ਨੂੰ ਕਿਸੇ ਵੀ ਤਰੀਕੇ ਦੀ ਲਾਅ ਐਡਵਾਈਸ ਕੇਸ ਉਹਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਕੌਣ ਹੁੰਦਾ? ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਸਟੇਟ ਵੀ ਹੁੰਦਾ ਤੇ ਅਟਾਰਨੀ ਜਨਰਲ ਆਫ ਇੰਡੀਆ ਵੀ ਹੁੰਦਾ ਹੈਗਾ। ਅਗਲਾ ਪੁਆਇੰਟ ਪ੍ਰੈਜ਼ੈਂਟ ਅਟਾਰਨੀ ਜਨਰਲ ਆਫ ਇੰਡੀਆ, ਇਹ ਤੁਹਾਡਾ ਕੁਐਸਚਨ ਹੈ। ਫਸਟ ਅਟਾਰਨੀ ਆਫ ਜਨਰਲ, ਇਹ ਤੁਹਾਡਾ ਕੁਐਸਚਨ ਹੈ ਬਿਕਾਜ਼ ਮੈਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਕਰਵਾ ਚੁੱਕੀ ਹਾਂ। ਠੀਕ ਹੈ, ਨੈਕਸਟ ਕੁਐਸਚਨ ਹੈ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਅਟਾਰਨੀ ਜਨਰਲ ਆਫ ਇੰਡੀਆ। ਇਹ ਬੜਾ ਅੱਛਾ ਕੁਐਸਚਨ, ਇਹਦੇ ਨਾਲ ਥੋੜਾ ਸਾਰਾ ਕਨਸੈਪਟ ਕਵਰ ਅਪ ਹੋ ਜਾਊਗਾ। ਅਟਾਰਨੀ ਜਨਰਲ ਆਫ ਇੰਡੀਆ ਕਮਸ ਅੰਡਰ ਆਰਟੀਕਲ 76। ਰੱਟਾ ਲਾ ਲਓ, ਯਾਦ ਕਰ ਲਓ। He is appointed by the President of India, बिल्कुल सही है। He must have the same qualifications as are required for a judge of the Supreme Court, बिल्कुल सही आ। ਜਿਹੜਾ ਸਾਡੇ ਦੇਸ਼ ਦੇ ਵਿੱਚ ਅਟਾਰਨੀ ਜਨਰਲ ਆਫ ਇੰਡੀਆ ਬਣੂਗਾ ਉਹਦੇ ਕੋਲੇ ਉਹ ਸਾਰੀਆਂ ਕੁਆਲੀਫਿਕੇਸ਼ਨਸ ਹੋਣਗੀਆਂ ਜਿਹੜੀਆਂ ਕਿ ਜਾਂ ਉਹਦੇ ਲਈ ਸਾਰੀਆਂ ਕੁਆਲੀਫਿਕੇਸ਼ਨ ਚਾਹੀਦੀਆਂ ਨੇ ਬੱਚਾ, ਜਿਹੜੀਆਂ ਕਿ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਈ ਚਾਹੀਦੀਆਂ ਨੇ। ਹੁਣ ਆਪਾਂ ਦੇਖੀਏ ਕਿ ਸੁਪਰੀਮ ਕੋਰਟ ਦਾ ਜੱਜ ਬਣਨ ਲਈ ਕੀ ਚਾਹੀਦੀਆਂ ਨੇ ਕਿ ਜਾਂ ਤਾਂ ਉਹ ਬੰਦਾ ਹਾਈ ਕੋਰਟ ਦੇ ਵਿੱਚ 5 ਸਾਲ ਦੇ ਲਈ ਐਜ਼ ਆ ਜੱਜ ਰਹਿ ਚੁੱਕਿਆ ਹੋਵੇ ਤੇ ਜਾਂ ਫਿਰ ਉਹ ਬੰਦਾ 10 ਸਾਲ ਦੇ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਐਜ਼ ਐਨ ਐਡਵੋਕੇਟ ਰਹਿ ਚੁੱਕਿਆ ਹੋਵੇ। ਸੋ ਇਹ ਕੁਆਲੀਫਿਕੇਸ਼ਨ ਸੇਮ ਕਿਹਦੇ ਲਈ ਚਾਹੀਦੀਆਂ ਨੇ? ਅਟਾਰਨੀ ਜਨਰਲ ਆਫ ਇੰਡੀਆ ਦੇ ਲਈ ਚਾਹੀਦੀਆਂ ਨੇ। ਹੀ ਮਸਟ ਬੀ ਅ ਮੈਂਬਰ ਆਫ ਈਦਰ ਹਾਊਸ ਆਫ ਪਾਰਲੀਮੈਂਟ, ਬਿਲਕੁਲ ਨਹੀਂ, ਨਾ ਤਾਂ ਲੋਕ ਸਭਾ ਦਾ ਮੈਂਬਰ ਹੁੰਦਾ ਨਾ ਉਹ ਰਾਜ ਸਭਾ ਦਾ ਮੈਂਬਰ ਹੁੰਦਾ। ਹੀ ਕੈਨ ਬੀ ਰਿਮੂਵਡ ਬਾਈ ਦ ਇੰਪੀਚਮੈਂਟ ਬਾਈ ਦਾ ਪਾਰਲੀਮੈਂਟ, ਬਿਲਕੁਲ ਨਹੀਂ। ਸੋ ਬੇਸਿਕਲੀ ਫਸਟ ਤੇ ਸੈਕਿੰਡ ਇਜ਼ ਦਾ ਰਾਈਟ ਆਪਸ਼ਨ। ਇੱਕ ਚੀਜ਼ ਹੋਰ ਦੱਸਦੀ ਹਾਂ, ਅਟਾਰਨੀ ਜਨਰਲ ਆਫ ਇੰਡੀਆ ਨਾ ਤਾਂ ਉਹ
ਲੋਕ ਸਭਾ ਦਾ ਕਹਿ ਲਓ ਕਿ ਮੈਂਬਰ ਹੁੰਦਾ ਹੈ, ਨਾ ਹੀ ਉਹ ਰਾਜ ਸਭਾ ਦਾ ਮੈਂਬਰ ਹੁੰਦਾ ਹੈ, ਪਰ ਅਟਾਰਨੀ ਜਨਰਲ ਆਫ ਇੰਡੀਆ ਲੋਕ ਸਭਾ ਅਤੇ ਰਾਜ ਸਭਾ ਦੀਆਂ ਮੀਟਿੰਗਸ ਦੇ ਵਿੱਚ ਹਿੱਸਾ ਲੈ ਸਕਦਾ ਹੈ, ਬੋਲ ਵੀ ਸਕਦਾ ਹੈ, ਹਿੱਸਾ ਵੀ ਲੈ ਸਕਦਾ, ਪਰ ਵੋਟ ਨਹੀਂ ਪਾ ਸਕਦਾ। ਇਹ ਵੀ ਅਟਾਰਨੀ ਜਨਰਲ ਆਫ ਇੰਡੀਆ ਦੇ ਨਾਲ ਰਿਲੇਟਡ ਪੁਆਇੰਟ ਇੰਪੋਰਟੈਂਟ ਹੈ। ਮੈਨੂੰ ਲੱਗਦਾ ਅਗਲਾ ਕੁਐਸਚਨ ਹੀ ਇਹੀ ਆਊਗਾ। ਜਾਂ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਅਟਾਰਨੀ ਜਨਰਲ ਆਫ ਇੰਡੀਆ ਟੇਕ ਪਾਰਟ ਇਨ ਦ ਪ੍ਰੋਸੀਡਿੰਗ ਆਫ ਦ ਲੋਕ ਸਭਾ, ਬਿਲਕੁਲ। ਬੀ ਅ ਮੈਂਬਰ ਆਫ ਅ ਕਮੇਟੀ ਆਫ ਦ ਲੋਕ ਸਭਾ, ਬਿਲਕੁਲ। ਸਪੀਕ ਇਨ ਦ ਲੋਕ ਸਭਾ, ਬਿਲਕੁਲ। ਵੋਟ ਇਨ ਦ ਲੋਕ ਸਭਾ, ਨੈਵਰ। ਸੋ 1 2 3 ਇਜ਼ ਦ ਰਾਈਟ ਆਪਸ਼ਨ। ਨੈਕਸਟ ਕੁਐਸਚਨ ਹੈ ਇਨ ਇੰਡੀਆ ਲੋਕ ਸਭਾ ਸਪੀਕਰ ਇਜ਼, ਲਓ ਜੀ ਦੇਖੋ ਹੁਣ ਆਪਾਂ ਤਿੰਨ ਚੀਜ਼ਾਂ ਕੀਤੀਆਂ। ਚੋਜ਼ਨ ਵਰਡ ਬਹੁਤ ਘੱਟ ਜਗ੍ਹਾ ਤੇ ਯੂਜ਼ ਹੁੰਦਾ, ਪਰ ਇਹਦਾ ਆਨਸਰ ਚੋਜ਼ਨ ਹੀ ਆਊਗਾ। ਹੁਣ ਧਿਆਨ ਨਾਲ ਦੇਖੋ, ਨੋਮੀਨੇਟਡ ਹੁੰਦਾ, ਇਲੈਕਟਡ ਹੁੰਦਾ, ਅਪੋਇੰਟਡ ਹੁੰਦਾ। ਨੋਮੀਨੇਟਡ ਨਾਮਜ਼ਦ, ਰਾਸ਼ਟਰਪਤੀ ਨਾਮਜ਼ਦ ਕਰਦਾ, ਬਿਲਕੁਲ ਨਹੀਂ। ਇਲੈਕਟਡ ਚੁਣਿਆ ਹੋਇਆ ਹੁੰਦਾ, MP ਨੂੰ ਚੁਣਦੇ ਹੋ। ਅਪੋਇੰਟਡ ਨਿਯੁਕਤ ਕਰਦਾ ਹੈਗਾ। ਕਈ ਵਾਰੀ ਜੇ ਤੁਹਾਨੂੰ ਚੋਜ਼ਨ ਆਪਸ਼ਨ ਨਹੀਂ ਹੈਗੀ, ਫॉर एग्जांपल ਇੱਥੇ ਚੋਜ਼ਨ ਨਾ ਹੁੰਦਾ ਤਾਂ ਤੁਹਾਡੀ ਆਪਸ਼ਨ ਕਿਹੜੀ ਸਹੀ ਹੋਣੀ ਸੀ? ਅਪੋਇੰਟਡ। ਜੇ ਫਿਰ ਅਪੋਇੰਟਡ ਤੇ ਚੋਜ਼ਨ ਦੋਨੋਂ ਨੇ ਤਾਂ ਫਿਰ ਚੋਜ਼ਨ ਹੋਊਗਾ, ਚੁਣਿਆ ਹੋਇਆ ਹੁੰਦਾ। ਜਿੱਤੀ ਹੋਈ ਪਾਰਟੀ ਦੇ ਵਿੱਚੋਂ ਸਪੀਕਰ ਰਾਸ਼ਟਰਪਤੀ ਵੱਲੋਂ ਚੁਣਿਆ ਜਾਂਦਾ ਹੈ ਤੇ ਸਪੀਕਰ ਹਮੇਸ਼ਾ ਹੀ ਲੋਕ ਸਭਾ ਦਾ MP ਹੁੰਦਾ, ਇਹ ਯਾਦ ਰੱਖਣਾ ਹੈਗਾ। ਜਿਵੇਂ ਕਿ ਆਪਣੇ ਪ੍ਰੈਜ਼ੈਂਟ ਸਪੀਕਰ ਓਮ ਬਿਰਲਾ ਨੇ। ਜੇ ਆਪਾਂ ਗੱਲ ਕਰੀਏ ਪਹਿਲੀ ਭਾਰਤ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ? ਮੀਰਾ ਕੁਮਾਰੀ। ਜੇ ਆਪਾਂ ਗੱਲ ਕਰੀਏ ਭਾਰਤ ਦੇ ਪਹਿਲੇ ਸਪੀਕਰ ਕੌਣ ਸੀ? GV ਮਵਲਾਂਕਰ। ਠੀਕ ਹੈ, ਇਹੋ ਜਿਹੇ ਪੁਆਇੰਟਸ ਤੁਹਾਨੂੰ ਬੜੇ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ, ਇਹ ਵੀ ਯਾਦ ਰੱਖਣਾ। ਵਿਚ ਆਫ ਦਾ ਫੋਲੋਇੰਗ ਡਜ਼ਨਟ ਟੇਕ ਦਾ ਓਥ ਆਫ ਦਾ ਆਫਿਸ? ਪ੍ਰੈਜ਼ੀਡੈਂਟ ਓਥ ਲੈਂਦਾ ਇਨ ਫਰੰਟ ਆਫ ਚੀਫ ਜਸਟਿਸ ਆਫ ਇੰਡੀਆ, ਵੈਰੀ ਇੰਪੋਰਟੈਂਟ। ਵਾਈਸ ਪ੍ਰੈਜ਼ੀਡੈਂਟ ਵੀ ਓਥ ਲੈਂਦਾ ਇਨ ਫਰੰਟ ਆਫ ਪ੍ਰੈਜ਼ੀਡੈਂਟ, ਵੈਰੀ ਇੰਪੋਰਟੈਂਟ। ਸਪੀਕਰ ਓਥ ਨਹੀਂ ਲੈਂਦਾ, ਕਿਉਂਕਿ ਸਪੀਕਰ ਦੇਖੋ ਲੋਕ ਸਭਾ ਦਾ MP ਹੁੰਦਾ। ਸਪੀਕਰ ਆਲਰੇਡੀ ਐਜ਼ ਅ ਮੈਂਬਰ ਆਫ ਲੋਕ ਸਭਾ ਓਥ ਲੈ ਚੁੱਕਿਆ ਹੁੰਦਾ, ਸੋ ਇਹਦੇ ਲਈ ਕੋਈ ਸਪੈਸ਼ਲ ਓਥ ਨਹੀਂ ਬਣੀ। ਪ੍ਰਾਈਮ ਮਿਨਿਸਟਰ ਇਨ ਫਰੰਟ ਆਫ ਪ੍ਰੈਜ਼ੀਡੈਂਟ, ਮੈਂਬਰ ਆਫ ਕਾਉਂਸਲ ਆਫ ਮਿਨਿਸਟਰਸ ਇਨ ਫਰੰਟ ਆਫ ਪ੍ਰਾਈਮ ਮਿਨਿਸਟਰ ਐਂਡ ਪ੍ਰੈਜ਼ੀਡੈਂਟ, ਸੋ ਇਹ ਤਾਂ ਲੈਂਦੇ ਨੇ ਭਾਈ, ਸਪੀਕਰ ਨਹੀਂ ਲੈਂਦਾ। C ਆਪਸ਼ਨ ਇਜ਼ ਦ ਰਾਈਟ ਆਪਸ਼ਨ। ਨੈਕਸਟ ਕੁਐਸਚਨ ਹੈ ਦ ਰਾਜ ਸਭਾ ਕੰਸਿਸਟਸ ਆਫ, ਰਾਜ ਸਭਾ ਦੇ ਵਿੱਚ ਕੌਣ ਕੌਣ ਹੁੰਦਾ ਹੈ? ਕਹਿੰਦੇ 280 ਮੈਂਬਰ, ਪਹਿਲਾਂ ਹੀ ਕੱਟ ਦੋ, ਹੁੰਦੇ ਹੀ ਨਹੀਂ। 275 ਮੈਂਬਰ, ਬਿਲਕੁਲ ਵੀ ਨਹੀਂ। 250 ਮੈਂਬਰ, ਬਿਲਕੁਲ ਸਹੀ। 250 ਮੈਂਬਰ, ਜਿਨ੍ਹਾਂ ਵਿੱਚੋਂ 12 ਮੈਂਬਰ ਨੇ ਜਿਹੜੇ ਰਾਸ਼ਟਰਪਤੀ ਨੋਮੀਨੇਟ ਕਰਦਾ ਹੈਗਾ। ਆਪਾਂ ਇਹ ਬਹੁਤੇ ਵਾਰੀ ਕਰ ਚੁੱਕੇ, ਇੱਥੇ ਮੈਕਸਿਮਮ ਮੈਂਬਰ ਹੋਣਗੇ। 250 ਮੈਕਸ ਨੇ, ਪ੍ਰੈਜ਼ੈਂਟ ਕਿੰਨੇ ਨੇ? 245 ਨੇ, ਜਿਨ੍ਹਾਂ ਦੇ ਵਿੱਚੋਂ 12 ਨੇ ਜਿਹੜੇ ਉਹ ਪ੍ਰੈਜ਼ੀਡੈਂਟ ਕੀ ਕਰਦਾ? ਨੋਮੀਨੇਟ ਕਰਦਾ। 12 ਮੈਂਬਰ ਕਿੱਥੋਂ ਕਿੱਥੋਂ ਹੁੰਦੇ ਨੇ? ਆਰਟ, ਲਿਟਰੇਚਰ, ਸਾਇੰਸ, ਸੋਸ਼ਲ ਸਰਵਿਸ, ਹੈ ਨਾ। ਬਹੁਤੇ ਵਾਰੀ ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਕੁਐਸਚਨ, ਦਾ ਫਸਟ ਐਕਟਰੈਸ ਟੂ ਬੀ ਨੋਮੀਨੇਟਡ ਟੂ ਰਾਜ ਸਭਾ ਇਜ਼ ਨਰਗਿਸ ਦੱਤ। ਪਹਿਲੀ ਵਾਰੀ ਰਾਜ ਸਭਾ ਦੇ ਵਿੱਚ ਐਜ਼ ਐਨ MP ਸਿਲੈਕਟ ਹੋਣ ਵਾਲੀ, ਜਾਂ ਆਪਾਂ ਕਹਿ ਰਹੇ ਕਿ ਨੋਮੀਨੇਟ ਹੋਣ ਵਾਲੀ ਕੌਣ ਸੀ? ਨਰਗਿਸ ਦੱਤ। ਓਕੇ, ਚਲੋ ਦੀਜ਼ ਆਰ ਦਾ 25 ਕੁਐਸਚਨਸ ਐਂਡ ਦਾ ਮੋਸਟ ਇੰਪੋਰਟੈਂਟ ਅਨਾਊਂਸਮੈਂਟ। ਦੇਖੋ ਵੀਰ, ਇੱਕ ਤਾਂ ਤਿਆਰੀ ਕਰਦੇ ਰਹੋ, ਹੁਣ ਮੈਂ ਵਾਰੀ ਕਹਿਣੀ ਹੁੰਦੀ ਹਾਂ ਹਰੇਕ ਵੀਡੀਓ ਦੇ ਵਿੱਚ ਵੀ ਭਾਈ ਪੜ੍ਹਦੇ ਰਹੋ, ਪੜ੍ਹਨ ਦਾ ਸਮਾਂ ਆ ਚੁੱਕਿਆ ਹੈਗਾ। ਅਤੇ ਦੂਸਰੀ ਚੀਜ਼, ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਦਈਏ, ਮੈਂ ਸਪੈਸ਼ਲ ਵੀਡੀਓ ਬਣਾਉਂਗੀ। ਜਿਹੜੇ ਬੱਚੇ ਥੋੜ੍ਹਾ ਜਿਹਾ PPSC ਲੈਵਲ ਤੋਂ ਉੱਪਰ ਲੈਵਲ ਦੇ ਹੈਗੇ ਨੇਗੇ, ਕਾਫੀ ਸਾਰੇ ਬੱਚੇ ਨੇ PCS ਦਾ ਵੇਟ ਕਰ ਰਹੇ ਸੀ, ਵਧਾਈਆਂ ਭਾਈ ਤੁਹਾਨੂੰ, PCS ਆ ਰਿਹਾ ਹੈਗਾ। ਠੀਕ ਹੈ, ਸੋ ਬੇਸਿਕਲੀ 105 ਪੋਸਟ ਆ ਰਹੀ ਹੈ PCS ਦੀ। ਸੋ ਜਿਹੜੇ ਨਾਇਬ ਤਹਿਸੀਲਦਾਰ ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਉਹ ਬਹੁਤੇ ਇਹੋ ਜਿਹੇ ਬੱਚੇ ਸੀ ਜਿਹੜੇ PPSC ਦੇ ਤਿਆਰੀ ਵਾਲੇ PCS ਦੇ ਲਈ ਵੀ ਕਹਿ ਲਓ ਕਿ ਪਹਿਲਾਂ ਦੇ ਚੁੱਕੇ ਨੇ ਜਾਂ ਵਿਲਿੰਗ ਹੈਗੇ ਨੇ। ਸੋ ਖਿੱਚ ਦਿਓ ਤਿਆਰੀਆਂ, ਆ ਗਿਆ ਪੇਪਰ। ਠੀਕ ਹੈ ਜੀ, ਆਪਾਂ ਕੋਰਸ ਸ਼ੁਰੂ ਕਰਾਂਗੇ, ਬਸ ਛੇਤੀ ਕਰਦੇ ਹਾਂ ਆਪਾਂ। ਪ੍ਰੀ ਹੁੰਦਾ, ਮੇਨ ਹੁੰਦਾ, ਮੈਂ ਸਾਰੀ ਡਿਟੇਲ ਬਣਾ ਕੇ ਤੁਹਾਨੂੰ ਦੱਸੂਗੀ। ਸੋ ਤਕੜੇ ਹੋ ਜਾਓ, ਹੁਣ ਐਂ ਨਾ ਹੋਵੇ ਵੀ ਢਿੱਲੇ ਹੋਏ ਆ। ਠੀਕ ਹੈ, ਚਲੋ ਫਿਰ ਆਪਾਂ ਕੱਲ੍ਹ ਨੂੰ ਹੋਰ ਸੈਸ਼ਨ ਲੈ ਕੇ ਆਵਾਂਗੇ ਪੋਲੀਟੀਕਲ ਸਾਇੰਸ ਦੇ ਕੁਐਸਚਨਸ ਦਾ। ਹੋਪ ਸੋ ਤੁਹਾਨੂੰ ਪਸੰਦ ਆ ਰਿਹਾ ਹੋਣਾ। ਪੜ੍ਹਦੇ ਰਹੋ ਵੀਰ, ਮਾੜਾ ਮੋਟਾ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਕੋਈ ਚੀਜ਼ ਚਾਹੀਦੀ ਹੈ, ਕੋਈ ਮਟੀਰੀਅਲ ਚਾਹੀਦਾ ਯਾਰ, ਕੋਈ ਮਤਲਬ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਨੋ ਵਰੀਜ਼, ਤੁਸੀਂ ਫੋਨ ਕਰੋ, ਕੋਈ ਗੱਲ ਨਹੀਂ, ਨੰਬਰ ਦਿੱਤਾ ਹੁੰਦਾ। ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਲਪ ਆ, ਬਸ ਪੜ੍ਹੋ ਬੱਚਾ। ਕੋਈ ਇਹੋ ਜਿਹਾ ਮਾਹੌਲ ਹੀ ਨਹੀਂ ਹੈਗਾ ਵੀ ਤੁਹਾਡੀ ਕਿਸੇ ਵੀ ਤਰੀਕੇ ਨਾਲ ਹੈਲਪ ਨਹੀਂ ਕੀਤੀ ਜਾਊਗੀ। ਦੱਬ ਕੇ ਪੜ੍ਹੋ। ਬੈਸਟ ਆਫ ਲੱਕ। ਥੈਂਕ ਯੂ ਸੋ ਮਚ।